ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਯੂਥ ਹੈ ਉਹ ਬਾਹਰ ਜਾਣ ਦੀ ਜਿਹੜਾ ਇੱਛੁਕ ਹੈ, ਬਹੁਤਿਆਂ ਦੇ ਨਾਲ ਠੱਗੀ ਹੋ ਜਾਂਦੀ ਹੈ। ਉਹਨਾਂ ਠੱਗੀਆਂ ਤੋਂ ਕਿੱਦਾਂ ਬਚਿਆ ਜਾਵੇ? ਠੱਗੀ ਹੁੰਦੀ ਨਹੀਂ, ਲੋਕੀ ਕਰਵਾਉਂਦੇ ਨੇ ਠੱਗੀਆਂ। ਮੈਂ ਤਾਂ ਇਹ ਕਹਾਂਗਾ ਤੁਸੀਂ ਪੈਕੇਜਾਂ ਦੇ ਲਾਲਚ ਦੇ ਵਿੱਚ ਫਸ ਜਾਂਦੇ ਹੋ। ਲਾਲਚ ਦੇ ਵਿੱਚ ਫਸਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਜਾਲ ਵਿੱਚ ਫਸ ਰਹੇ ਹੋ। ਤੁਹਾਡੇ ਤੋਂ ਕਦੇ 2 ਲੱਖ ਮੰਗ ਲਿੱਤਾ ਜਾਂਦਾ, ਕਦੇ 4 ਲੱਖ ਮੰਗ ਲਿੱਤਾ ਜਾਂਦਾ, ਫਿਰ ਉਹਦੇ ਵਿੱਚ ਠੱਗੀ ਦਾ ਤੁਸੀਂ ਸ਼ਿਕਾਰ ਬਣਦੇ ਹੋ। ਆਪਣੀ ਜਿੰਨੀ ਫਾਰਮੈਲਿਟੀਜ਼ ਨੂੰ ਕੰਪਲੀਟ ਰੱਖੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਕ੍ਰਿਸਟਲ ਕਲੀਅਰ ਸਿਸਟਮ ਹੋਣ ਤੋਂ ਬਾਅਦ ਵੀ ਬੰਦਾ ਠੱਗੀ ਦਾ ਸ਼ਿਕਾਰ ਹੋ ਸਕਦਾ। ਤੁਹਾਡੇ ਕੋਲੇ ਕਿਉਂ ਲੋਕ ਆਣ, ਬਾਕੀਆਂ ਕੋਲੇ ਕਿਉਂ ਨਾ ਜਾਣ? ਦੇਖੋ, ਸਭ ਤੋਂ ਪਹਿਲਾਂ ਤਾਂ ਸਕਸੈਸ ਰੇਟ। ਪਿਛਲੇ 2 ਇਨਟੇਕ ਦੀ ਗੱਲ ਕਰੀਏ, ਮਈ ਇਨਟੇਕ ਦਾ ਤਾਂ ਸਾਡਾ 100% ਹੀ ਸਕਸੈਸ ਦੇ ਰੇਟ ਸੀਗਾ। ਔਰ ਜੇ ਹੁਣ ਸੈਪਟੰਬਰ ਇਨਟੇਕ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ 90% ਤੋਂ ਵੀ ਉੱਪਰ ਸਕਸੈਸ ਰੇਟ ਜਾ ਰਿਹਾ। ਸੋ ਇੰਨੇ ਵੱਡੇ ਸਕਸੈਸ ਰੇਟ ਦੇ ਨਾਲ ਜਦੋਂ ਸਟੂਡੈਂਟਸ ਨੂੰ ਅਪਰੋਚ ਕਰਦੇ ਨੇ ਤਾਂ ਡੈਫੀਨਿਟਲੀ ਕੌਨਫੀਡੈਂਸ ਉਹਨਾਂ ਦੇ ਵਿੱਚ ਹੁੰਦਾ। ਕ੍ਰਾਈਟੇਰੀਆ ਤਾਂ ਹੈਗਾ ਕਿ 6 ਬੈਂਡ ਚਾਹੀਦੇ ਨੇਗੇ ਆਇਲਸ 'ਚੋਂ। ਕੀ ਤੁਸੀਂ 5 ਦਿਨ ਨਾਲ ਭੇਜ ਦੋਗੇ? ਦਾਵਾ ਮੈਂ ਕਦੇ ਨਹੀਂ ਕਰਦਾ। ਜਿਹੜਾ ਵੀਜ਼ਾ ਦੇਣਾ ਐਮਬੈਸੀ ਨੇ ਦੇਣਾ। ਰਿਫਿਊਜ਼ਲਸ ਵੀ ਆ ਸਕਦੀਆਂ ਨੇ, ਸੋ ਬੱਚਿਆਂ ਨੂੰ ਇਸ ਚੀਜ਼ ਲਈ ਵੀ ਪ੍ਰੀਪੇਅਰ ਹੋਣਾ ਚਾਹੀਦਾ। ਬਟ ਹਾਂ, ਇੱਕ ਚੀਜ਼ ਹੈ, ਕੰਮ ਤੁਹਾਡਾ ਢੰਗ ਨਾਲ ਹੋਏਗਾ, ਪ੍ਰੋਪਰ ਹੋਏਗਾ, ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਏਗਾ। ਠੱਗੀ ਠੋਰੀ ਵਾਲਾ ਕਦੇ ਵੀ ਕੋਈ ਚਾਂਸ ਨਹੀਂ ਹੋ ਸਕਦਾ। ਬੜੇ ਸਾਰਿਆਂ ਨਾਲ ਮਿਲਣ ਦਾ ਮੌਕਾ ਮਿਲਦਾ। ਤੁਸੀਂ ਮੈਨੂੰ ਆਫ ਕੈਮਰਾ ਹੀ ਗੱਲ ਕਹਿ ਰਹੇ ਸੀ ਕਿ ਆਪਾਂ ਕੁਝ ਵੀ ਝੂਠ ਦਾ ਪ੍ਰਚਾਰ ਨਹੀਂ ਕਰਨਾ। ਆਪਾਂ ਇਹ ਨਹੀਂ ਕਹਿਣਾ ਕਿ ਸਾਡੇ ਕੋਲੇ ਸਾਡਾ ਜਿਹੜਾ ਸਕਸੈਸ ਰੇਟ ਹੈ ਉਹ 100% ਹੈ। ਦੇਖੋ, ਦਾਵਾ ਜਦੋਂ ਤੁਸੀਂ ਕਿਸੇ ਚੀਜ਼ ਦਾ ਕਰਦੇ ਹੋ ਕਿ ਮੈਂ 100% ਦਾ, ਅਗਲਾ ਜਦੋਂ ਬੰਦਾ ਸਾਹਮਣੇ ਤੋਂ ਕਮੈਂਟ ਕਰੇਗਾ ਨੀਚੇ ਕਿ ਵੀ ਮੇਰਾ ਤਾਂ ਵੀਜ਼ਾ ਤੋਂ ਰਿਫਿਊਜ਼ ਹੋਇਆ ਸੀ, ਤਾਂ ਉਹ ਚੀਜ਼ ਨਹੀਂ ਹੋ ਸਕਦੀ ਨਾ। ਦਾਵਾ ਉਹੀ ਕਰੋ ਜਿਹੜਾ ਹੈਗਾ। 90% ਸਕਸੈਸ ਰੇਟ ਹੈਗਾ ਤਾਂ 90% ਦੀ ਹੀ ਗੱਲ ਕਰਾਂਗੇ। ਥੋੜੇ ਦਿਨ ਪਹਿਲੇ ਤੱਕ 100 ਸੀਗਾ ਤਾਂ 100 ਦੀ ਗੱਲ ਕਰਦੇ ਸੀ, ਅੱਜ ਉਹਨਾਂ ਹੈਗਾ ਤਾਂ ਅਸੀਂ ਉਸੇ ਦੀ ਗੱਲ ਕਰਦੇ ਹਾਂ। ਅਜਿਹੇ ਕਈ ਇਮੀਗ੍ਰੇਸ਼ਨ ਸੇ ਵੀ ਹੁੰਦਾ ਕਿ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਆਓ ਜੀ, ਅਸੀਂ ਤੁਹਾਡੀ ਗਾਰੰਟੀ ਲੈਂਦੇ ਹਾਂ, ਚਾਹੇ ਤੁਸੀਂ +2 ਪਾਸ ਹੋ, ਚਾਹੇ ਤੁਸੀਂ ਫੇਲ ਹੋ, ਚਾਹੇ ਤੁਸੀਂ ਇਹ ਹੋ, ਤੁਹਾਨੂੰ ਬਾਹਰ ਭੇਜਾਂਗੇ ਅਸੀਂ। ਗਾਰੰਟੀ ਵਾਲਾ ਕੋਈ ਸਿਸਟਮ ਨਹੀਂ ਹੈ। ਔਰ ਇੱਕ ਚੀਜ਼ ਹੋਰ, ਜੇ ਪ੍ਰੋਫਾਈਲ ਤੁਹਾਡਾ ਮੀਟ ਕਰਦਾ ਹੋਏਗਾ ਕ੍ਰਾਈਟੇਰੀਆ ਦੇ ਨਾਲ ਤਾਂ ਹੀ ਤੁਹਾਡੀ ਫਾਈਲ ਐਕਸੈਪਟ ਕਰਾਂਗਾ, ਅਦਰਵਾਈਜ਼ ਐਕਸੈਪਟ ਨਹੀਂ ਕਰਾਂਗਾ। ਕਿਉਂਕਿ ਜੇ ਮੈਂ ਅੱਜ ਕਹਿ ਰਿਹਾ ਕਿ 90-95% ਮੇਰਾ ਰਿਕਾਰਡ ਹੈਗਾ ਤਾਂ ਹੀ ਹੈ ਵੀ ਅਸੀਂ ਸਿਲੈਕਟਡ ਪ੍ਰੋਫਾਈਲ ਚੂਜ਼ ਕਰਦੇ ਹਾਂ। ਜੇ ਮੈਂ ਸਾਰੀ ਪ੍ਰੋਫਾਈਲਾਂ ਚੱਕ ਕੇ ਉਸ ਤੇ ਪ੍ਰੋਸੈਸਿੰਗ ਕਰਨ ਲੱਗ ਜਾਂ ਤਾਂ ਫਿਰ ਰਿਫਿਊਜ਼ਲਾਂ ਵੀ ਇੰਨੀ ਆਉਣੀ ਸ਼ੁਰੂ ਹੋ ਜਾਣਗੀਆਂ। ਭੇਜ ਦਿੰਦੇ ਕਿ ਭਾਈ ਵਾਪਸ ਭੇਜ ਦਿੰਦੇ। ਹੁਣ ਤੱਕ ਕਿੰਨੇ ਕੁ ਵੀਜ਼ੇ, ਕਿੰਨੇ ਕੁ ਲੋਕਾਂ ਨੂੰ ਬਾਹਰ ਭੇਜ ਚੁੱਕੇ ਹੋ ਸਕਦਾ ਹੈ 7000 ਤੋਂ ਪਲੱਸ ਲੋਕਾਂ ਨੂੰ ਅਸੀਂ ਬਾਹਰ ਭੇਜ ਚੁੱਕੇ ਹਾਂ। ਔਰ ਇਹ ਨੰਬਰ ਮੈਨੂੰ ਲੱਗਦਾ ਹੁਣ ਜਿਸ ਤਰ੍ਹਾਂ ਅਸੀਂ ਕੰਮ ਕਰ ਰਹੇ, ਜਿਸ ਤਰ੍ਹਾਂ ਸਾਨੂੰ ਸਕਸੈਸ ਮਿਲ ਰਿਹਾ, ਜਿਸ ਤਰ੍ਹਾਂ ਕਰੇਜ਼ ਲੋਕਾਂ 'ਚ ਵੱਧ ਰਿਹਾ, ਮੈਨੂੰ ਲੱਗਦਾ ਕਿ ਇਹ ਨੰਬਰ ਹੁਣ ਆਉਣ ਵਾਲੇ 2-3 ਸਾਲਾਂ ਦੇ ਵਿੱਚ ਡਬਲ ਹੋ ਜਾਏਗਾ ਡੈਫੀਨਿਟਲੀ, ਜਿਸ ਹਿਸਾਬ ਨਾਲ ਸਕਸੈਸ ਰੇਟ ਚੱਲ ਰਿਹਾ ਹੈ। ਜੇ ਮੇਰਾ ਕੈਨੇਡਾ ਨਹੀਂ ਬਣ ਰਿਹਾ ਜਾਂ ਕੈਨੇਡਾ ਦੀਆਂ ਜਿਹੜੀਆਂ ਪੈਰਾਮੀਟਰਸ ਨੇ ਉਹ ਮੇਰੇ ਪੂਰੇ ਨਹੀਂ ਹੋ ਰਹੇ ਤਾਂ ਮੇਰੀ ਸੈਕਿੰਡ ਆਪਸ਼ਨ ਆਸਟ੍ਰੇਲੀਆ ਹੈ ਕਿ ਤੁਸੀਂ ਉੱਥੇ ਵੀ ਭੇਜ ਦਿਓ ਜਾਂ ਫਿਰ ਖਾਲੀ ਕੈਨੇਡਾ। ਹਰ ਕੰਟਰੀ ਦਾ ਕੰਮ ਕਰਦੇ ਆ, UK ਹੋਏ, USA ਹੋਏ, ਜਿਹੜੀ ਵੀ ਕੰਟਰੀ ਹੈਗੀ। ਹਾਂ, ਪਹਿਲੀ ਗੱਲ ਤੁਹਾਨੂੰ ਦੱਸੀਏ, ਪੈਰਾਮੀਟਰ ਮੈਚ ਹੋਣਾ ਚਾਹੀਦਾ। ਦੂਸਰੀ ਜਗ੍ਹਾ ਲਗਾ ਦਿਓ ਬਈ, ਦੂਸਰੀ ਜਗ੍ਹਾ ਪੈਰਾਮੀਟਰ ਤੁਹਾਡਾ ਬਣੇਗਾ, ਕੰਪਲੀਟ ਕਰੋਗੇ ਤਾਂ ਹੀ ਉੱਥੇ ਭੇਜਾਂਗੇ। ਬਟ ਇਹ ਹੈ ਪ੍ਰੋਸੈਸਿੰਗ ਅਸੀਂ ਤਕਰੀਬਨ ਹਰ ਕੰਟਰੀ ਦੀ ਕਰਦੇ ਹੈਗੇ। ਪੈਰਾਮੀਟਰ ਦੀ ਵੀ ਨੌਲੇਜ ਇੰਨੀ ਹਲੇ, ਚਾਹੇ 100 ਵੀਡੀਓ ਰੋਜ਼ ਦੀ ਬਣਦੀ, 200 ਬਣਦੀ ਹੈ, ਪਰ ਲੋਕਾਂ ਨੂੰ ਹਲੇ ਇੰਨੀ ਨੌਲੇਜ ਨਹੀਂ ਹੈਗੀ। ਕਿੱਥੋਂ ਜਾ ਕੇ ਜਿਹੜੀ ਇਹ ਅਵੇਅਰਨੈਸ ਉਹਦਾ ਤਾਂ ਕੋਈ ਪੈਸਾ ਵੀ ਨਹੀਂ ਲੱਗਦਾ YouTube ਤੇ? ਜੀ YouTube ਤੇ ਵੀ ਹੈ। ਸਾਡੇ ਸ਼ੋਜ਼ ਵੀ ਚੱਲਦੇ ਰਹਿੰਦੇ ਨੇ, ਹਰ ਦੂਸਰੇ-ਤੀਸਰੇ ਦਿਨ ਕਾਫੀ ਸਾਰੀ ਇੰਟਰਵਿਊਜ਼ ਹੁੰਦੀਆਂ ਰਹਿੰਦੀਆਂ ਨੇ, ਤਾਂ ਉਹਦੇ ਵਿੱਚ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। YouTube ਦਾ ਚੈਨਲ ਸਬਸਕ੍ਰਾਈਬ ਕਰ ਲਓ, Facebook ਦਾ ਸਬਸਕ੍ਰਾਈਬ ਕਰ ਲਓ, ਉਹਦਾ ਪੈਸਾ ਕੋਈ ਨਹੀਂ ਲੱਗਣਾ। ਜਿਹੜੀ ਤੁਸੀਂ ਠੱਗੀ ਦੀ ਗੱਲ ਕਰ ਰਹੇ ਸੀ ਉਸ ਤੋਂ ਤੁਸੀਂ ਬਚ ਜਾਓਗੇ। PT ਨੂੰ ਲੈ ਕੇ ਕਿੰਨਾ ਕੁ ਤੁਹਾਡਾ, ਜੇ ਮੈਂ ਗੱਲ ਕਰਾਂ ਕਿ ਉਹਦਾ ਕੋਈ ਸਕਸੈਸ ਰੇਟ ਜਾਂ ਨਹੀਂ ਹੈਗਾ ਕਿ PT ਦੇ ਜਿਹੜੇ ਤੁਹਾਡੇ ਕੋਲੇ ਵੀਜ਼ੇ ਵੀ ਤੁਸੀਂ ਲਗਵਾਏ? ਇਹ ਗੱਲ ਮੈਂ ਵੀ ਕਹਿੰਦਾ ਸੀਗਾ PT ਬੱਚੇ ਨਾ ਕਰਨ, ਕਿਉਂਕਿ ਦੇਖੋ ਹਰ ਚੀਜ਼ ਟ੍ਰੈਂਡ ਦੇ ਹਿਸਾਬ ਨਾਲ ਚੱਲਦੀ। ਔਰ ਖਾਸ ਕਰ ਕੈਨੇਡਾ, ਬਾਕੀ ਕੰਟਰੀਆਂ ਦੀ ਅਸੀਂ ਗੱਲ ਕਰੀਏ ਉਹ ਕਾਗਜ਼ਾਂ ਦੇ ਬੇਸ ਤੇ ਚੱਲਦੇ ਨੇ ਔਰ ਉਹਨਾਂ ਦੇ ਕੋਈ ਟ੍ਰੈਂਡ ਨਹੀਂ ਹੁੰਦੇ। ਕੈਨੇਡਾ ਇੱਕ ਐਸੀ ਕੰਟਰੀ ਜਿਹੜਾ 8 ਬੈਂਡ ਵਾਲੇ ਨੂੰ ਰਿਫਿਊਜ਼ਲ ਦੇ ਦਿੰਦਾ ਔਰ PT ਵਾਲੇ ਨੂੰ ਵੀਜ਼ਾ ਦੇ ਦਿੰਦਾ। 2-3 ਇਨਟੇਕ ਪਹਿਲੇ ਕੋਈ ਕਾਰਨ ਸਾਹਮਣੇ ਨਹੀਂ ਆਇਆ। ਕੈਨੇਡਾ ਦੀ ਖਾਸੀਅਤ ਹੈਗੀ ਹੈ। ਫਿਰ ਅਸੀਂ ਇੱਕ ਡਿਸਾਈਡ ਕੀਤਾ ਕਿ ਜੇ PT ਦੀ ਫਾਈਲ ਲਗਾਵਾਂ ਤਾਂ 60 ਦਾ ਸਕੋਰ ਹੈਗਾ, ਉਸ ਤੋਂ ਉੱਪਰ ਹੀ ਲਾਵਾਂਗੇ। ਸੋ ਮਈ ਇਨਟੇਕ ਦੇ ਵੀ ਸਾਨੂੰ ਕਾਮਯਾਬੀ ਮਿਲੀ, ਸੈਪਟੰਬਰ 'ਚ ਕਾਮਯਾਬੀ ਮਿਲੀ। ਮੈਨੂੰ ਲੱਗਦਾ ਆਉਣ ਵਾਲੇ ਜਿਹੜੇ ਇਨਟੇਕਸ ਹੈ ਉਹਦੇ ਵਿੱਚ ਵੀ ਟ੍ਰੈਂਡ ਹੀ ਜਾਰੀ ਰਹੂਗਾ, ਵਧੀਆ ਰਹੇਗਾ। PT ਜਿਹੜੇ ਕਰ ਰਹੇ ਉਹਨਾਂ ਨੂੰ ਡਿਸਕਰੇਜ ਹੋਣ ਦੀ ਜ਼ਰੂਰਤ ਨਹੀਂ ਹੈਗੀ। ਜੇ ਕਿਸੇ ਨੇ ਆ ਕੇ ਤੁਹਾਡੇ ਕੋਲ ਇੱਥੇ ਕੰਸਲਟੈਂਸੀ ਲੈਣੀ ਹੈ ਤਾਂ ਉਹਦੇ ਕੋਈ ਚਾਰਜਿਸ ਨਹੀਂ ਆ ਕਿ ਇੱਥੇ ਆ ਕੇ ਤੁਹਾਡੇ ਤੋਂ ਪੁੱਛੇ ਕਿ ਭਾਈ ਮੈਨੂੰ ਇਹ ਮੇਰੀ ਫਾਈਲ ਹੈ, ਇਹ ਮੇਰੀ ਪ੍ਰੋਫਾਈਲ ਹੈ, ਮੈਂ ਜਾਵਾਂ ਜਾਂ ਨਾ ਜਾਵਾਂ? ਬਿਲਕੁਲ ਵੀ ਕੋਈ ਚਾਰਜਿਸ ਨਹੀਂ ਹੈਗੇ। ਔਰ 15 ਅਗਸਤ ਤੱਕ ਤਾਂ ਸਾਡੀ ਆਫਰ ਚੱਲ ਰਹੀ ਹੈ SDS ਕੈਟਾਗਰੀ ਦੇ ਸਟੂਡੈਂਟਸ ਦੀ। ਪਲੱਸ ਇੱਕ ਪ੍ਰਮੋਸ਼ਨਲ ਆਫਰ ਚੱਲ ਰਿਹਾ ਸਾਡਾ ਕਿ ਸਟੂਡੈਂਟ ਜਿਹਦਾ ਵੀ ਵੀਜ਼ਾ ਹੋਏਗਾ ਉਹਨੂੰ ਇੱਕ ਲੈਪਟਾਪ ਗਿਫਟ ਕੀਤਾ ਜਾਏਗਾ। ਹੁਣ ਮੈਂ ਇਹ ਵੀ ਦੱਸਦਾ ਕਿ ਇਹ ਕੋਈ ਸਕੀਮ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ, ਦੇਖੋ ਸਾਨੂੰ ਕਮਿਸ਼ਨ ਆਣੀ ਹੈ, ਯੂਨੀਵਰਸਿਟੀ ਤੋਂ ਕਮਿਸ਼ਨ ਆਣੀ, ਮੰਨ ਲਓ ਸਾਨੂੰ 50,000 ਰੁਪਏ ਕਮਿਸ਼ਨ ਆਣੀ ਹੈ, ਤਾਂ ਉਹਦੇ ਵਿੱਚ ਜੇ 20-25,000 ਦਾ ਅਸੀਂ ਲੈਪਟਾਪ ਦੇ ਦਾਂਗੇ, ਬੱਚੇ ਦਾ ਫਾਇਦਾ ਹੋ ਜਾਏਗਾ। ਉਸ ਚੀਜ਼ ਨੂੰ ਅਸੀਂ ਇਨਕੈਸ਼ ਕਰਾਂਗੇ। ਇਹ ਨਹੀਂ ਕਿ ਕੋਈ ਹੋਰ ਖਰਚਾ ਉਹਦੇ ਉੱਤੇ ਪਾ ਦਾਂਗੇ। ਇਸ ਤੋਂ ਇਲਾਵਾ ਕੋਈ ਆਫਰ ਨਹੀਂ। ਹਾਂ, ਕੰਸਲਟੈਂਸੀ ਦੇ ਕਿਤੇ ਵੀ ਚਾਹੇ ਕੋਈ ਵੀ ਕੈਟੇਗਰੀ, ਕੋਈ ਵੀ ਚਾਰਜਿਸ ਨਹੀਂ ਹੈਗੇ। ਜਿਹੜੇ ਬਾਹਰ ਜਾਣ ਦੇ, ਕੈਨੇਡਾ ਜਾਣ ਦੇ ਟੂਰਿਸਟ ਵੀਜ਼ਾ ਲਵਾ ਕੇ ਜਾਂ ਫਿਰ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਨੇ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ? ਸਟੱਡੀ ਵੀਜ਼ਾ ਵਾਲਿਆਂ ਨੂੰ ਸਭ ਤੋਂ ਪਹਿਲਾਂ ਸਲਾਹ ਦੇਵਾਂਗਾ, ਜੇ ਬਾਹਰ ਜਾਣਾ ਟਾਈਮ ਨਹੀਂ ਵੇਸਟ ਕਰਨਾ, ਆਇਲਟਸ ਵੱਲ ਜ਼ਿਆਦਾ ਜ਼ੋਰ ਦਿਓ, ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਮਈ ਇਨਟੇਕ ਆ ਜਾਏਗਾ, ਗੈਪ ਜ਼ਿਆਦਾ ਵੱਧ ਜਾਏਗਾ, ਗੈਪ ਦੇ ਵਿੱਚ ਵੀਜ਼ਾ ਦੇ ਚਾਂਸਸ ਵੀ ਘਟ ਜਾਂਦੇ ਨੇ। ਦੂਸਰੀ ਚੀਜ਼ ਮੈਂ ਜੇ ਕਹਿਣਾ ਚਾਹਾਂਗਾ ਉਹ ਇਹ ਕਹੂੰਗਾ ਕਿ ਆਪਣਾ ਬੈਕਅਪ ਜ਼ਰੂਰ ਰੱਖਣ ਬੱਚੇ। +2 ਦਾ ਬੱਚੇ ਪੜ੍ਹਾਈ ਛੱਡ ਦਿੰਦੇ ਨੇ
ਕਿ ਮੇਰਾ ਕੈਨੇਡਾ ਤਾਂ ਨਹੀਂ ਹੈ, ਹੁਣ ਮੈਂ ਪੜ੍ਹਨਾ ਹੀ ਨਹੀਂ ਹੈ। ਦੇਸ਼ ਕਿੱਦਾਂ ਅੱਗੇ ਵਧੇਗਾ ਜੇ ਤੁਸੀਂ +2 ਤੱਕ ਹੀ ਪੜ੍ਹਾਈ ਕੀਤੀ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਨੌਕਰੀ ਨਹੀਂ ਮਿਲੀ। ਔਰ ਜੇ ਅੱਛੇ ਬੈਂਡ ਹੈਗੇ ਤੁਹਾਡੇ +2 ਵਿੱਚ ਅੱਛੇ ਮਾਰਕਸ ਹੈਗੇ ਤਾਂ ਡੈਫੀਨੇਟਲੀ ਤੁਹਾਨੂੰ ਕੈਨੇਡਾ ਦਾ ਵੀਜ਼ਾ, ਅੱਜ ਕੈਨੇਡਾ ਦੀ ਸਰਕਾਰ ਮਿਹਰਬਾਨ ਹੈਗੀ, ਖਾਸ ਕਰ ਪੰਜਾਬੀਆਂ ਤੇ ਵੀਜ਼ਾ ਜ਼ਰੂਰ ਮਿਲੇਗਾ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਅੱਜ ਕੱਲ ਯੂਥ ਆਪਣਾ ਭਵਿੱਖ ਬਣਾਉਣ ਦੇ ਲਈ ਬਾਹਰ ਜਾਣਾ ਚਾਹੁੰਦਾ ਹੈ, ਪਰ ਕਈ ਵਾਰ ਉਹਨਾਂ ਦਾ ਇਹ ਸੁਪਨਾ ਕਿਸੇ ਠੱਗਾਂ ਦੇ ਜਾਲ ਦੇ ਵਿੱਚੋਂ ਫਸ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਕਿੱਥੇ ਜਾ ਕੇ, ਕਿਹੜੀ ਇਮੀਗ੍ਰੇਸ਼ਨ ਕੋਲੇ ਜਾ ਕੇ ਜਿਹੜਾ ਉਹਨਾਂ ਨੂੰ ਜਾਣਾ ਚਾਹੀਦਾ ਤੇ ਕਿਹੜੇ ਜਿਹੜੇ ਤਰੀਕੇ ਨੇ ਜਿਸ ਦੇ ਨਾਲ ਉਹ ਸਹੀ ਤਰੀਕੇ ਦੇ ਨਾਲ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਪੜ੍ਹਾਈ ਕਰਨ ਦੇ ਲਈ, ਉੱਥੇ ਕੰਮਕਾਜ ਕਰਨ ਦੇ ਲਈ ਜਾ ਸਕਦੇ ਨੇ। ਇਸ ਵਿਸ਼ੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਠੱਗੀ ਠੋਰੀ ਤੋਂ ਬਚਣਾ ਚਾਹੀਦਾ। ਉਹਦੇ ਲਈ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅਮਿਤ ਬੁੰਦੇਨਾ ਜੀ ਜੋ ਮੌਜੂਦ ਨੇ, MD ਨੇ ਵੀਜ਼ਾ ਕੰਸਲਟੈਂਟ ਦੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਯੂਥ ਹੈ, ਉਹ ਬਾਹਰ ਜਾਣ ਦੀ ਜਿਹੜਾ ਇੱਛੁਕ ਹੈ, ਪਰ ਬਹੁਤਿਆਂ ਦੇ ਨਾਲ ਠੱਗੀ ਹੋ ਜਾਂਦੀ ਹੈ ਕਿਉਂਕਿ ਕਈ ਇਹੋ ਜਿਹੇ ਕੇਸਿਸ ਵੀ ਸਾਡੇ ਕੋਲੇ ਆਉਂਦੇ ਨੇ ਕਿ ਹਾਂ ਫਲਾਣੇ ਇਮੀਗ੍ਰੇਸ਼ਨ ਵੱਲੋਂ ਠੱਗੀ ਹੋਊਗੀ। ਉਹਨਾਂ ਠੱਗੀਆਂ ਤੋਂ ਕਿੱਦਾਂ ਬਚਿਆ ਜਾਵੇ? ਦੇਖੋ, ਠੱਗੀ ਹੁੰਦੀ ਨਹੀਂ, ਲੋਕੀ ਕਰਵਾਉਂਦੇ ਨੇ ਠੱਗੀਆਂ। ਮੈਂ ਤਾਂ ਇਹ ਕਹਾਂਗਾ ਜੋ ਤੁਹਾਡਾ ਕ੍ਰਾਈਟੇਰੀਆ ਪੂਰਾ, ਜੇ ਸਟੱਡੀ ਵੀਜ਼ਾ ਦੀ ਅਸੀਂ ਗੱਲ ਕਰੀਏ, ਤੁਹਾਡਾ ਕ੍ਰਾਈਟੇਰੀਆ ਪੂਰਾ ਹੈਗਾ, ਠੱਗੀ ਦਾ ਕੋਈ ਚਾਂਸ ਹੀ ਨਹੀਂ ਹੈ। ਫੀਸ ਤੁਸੀਂ ਕਾਲਜ ਨੂੰ ਪੇ ਕਰਨੀ ਹੈ, GIC ਤੁਸੀਂ ਬੈਂਕ 'ਚ ਪੇ ਕਰਨੀ ਹੈ, ਤਾਂ ਉਸ ਤੋਂ ਬਾਅਦ ਠੱਗੀ ਦਾ ਕਿਸੇ 'ਚ ਤੁਸੀਂ ਪੈਕੇਜਾਂ ਦੇ ਲਾਲਚ ਦੇ ਵਿੱਚ ਫਸ ਜਾਂਦੇ ਹੋ। ਲਾਲਚ ਦੇ ਵਿੱਚ ਫਸਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਜਾਲ ਵਿੱਚ ਫਸ ਰਹੇ ਹੋ। ਤੁਹਾਡੇ ਤੋਂ ਕਦੇ 2 ਲੱਖ ਮੰਗ ਲਿੱਤਾ ਜਾਂਦਾ, ਕਦੇ 4 ਲੱਖ ਮੰਗ ਲਿੱਤਾ ਜਾਂਦਾ, ਫਿਰ ਉਹਦੇ ਵਿੱਚ ਠੱਗੀ ਦਾ ਤੁਸੀਂ ਸ਼ਿਕਾਰ ਬਣਦੇ ਹੋ। ਅਦਰਵਾਈਜ਼ ਜੇ ਤੁਸੀਂ ਸਿੱਧਾ ਚੱਲੋਗੇ, ਆਪਣੇ ਕ੍ਰਾਈਟੇਰੀਆ ਪੂਰਾ ਰੱਖੋਗੇ, ਆਪਣੀ ਜਿੰਨੀ ਫਾਰਮੈਲਿਟੀਜ਼ ਨੂੰ ਕੰਪਲੀਟ ਰੱਖੋਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਕ੍ਰਿਸਟਲ ਕਲੀਅਰ ਸਿਸਟਮ ਹੋਣ ਤੋਂ ਬਾਅਦ ਵੀ ਬੰਦਾ ਠੱਗੀ ਦਾ ਸ਼ਿਕਾਰ ਹੋ ਸਕਦਾ ਜੀ। ਅੱਛਾ, ਜੇ ਤੁਸੀਂ ਜ਼ਿਆਦਾਤਰ ਕੈਨੇਡਾ ਟੂਰਿਸਟ ਅਤੇ ਸਟੱਡੀ ਵੀਜ਼ਾ ਤੇ ਕੰਮ ਕਰ ਰਹੇ ਹੋ, ਤੁਹਾਡੇ ਕੋਲੇ ਕਿਉਂ ਲੋਕ ਆਣ, ਬਾਕੀਆਂ ਕੋਲੇ ਕਿਉਂ ਨਾ ਜਾਣ? ਦੇਖੋ, ਸਭ ਤੋਂ ਪਹਿਲਾਂ ਤਾਂ ਸਕਸੈਸ ਰੇਟ ਸਾਡਾ ਬਹੁਤ ਹਾਈ ਹੈ। ਦੇਖੋ, ਮੈਂ ਬਾਰ-ਬਾਰ ਹੋਰ ਸ਼ੋਜ਼ ਦੇ ਵਿੱਚ ਵੀ ਸਾਡੀ ਇਹੀ ਗੱਲ ਹੁੰਦੀ ਹੈ ਸਕਸੈਸ ਰੇਟ ਦੇ ਬਾਰੇ। ਬਟ ਜੇ ਤੁਸੀਂ ਸਾਡੇ YouTube ਚੈਨਲ ਜਾਂ Facebook ਤੇ ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ, ਵੀਜ਼ਿਆਂ ਦੀ ਤਾਦਾਦ ਵੀ ਪਤਾ ਲੱਗ ਜੂਗੀ। ਤੇ ਅੱਜ ਜੇ ਅਸੀਂ ਪਿਛਲੇ 2 ਇਨਟੇਕ ਦੀ ਗੱਲ ਕਰੀਏ, ਮਈ ਇਨਟੇਕ ਦਾ ਤਾਂ ਸਾਡਾ 100% ਹੀ ਸਕਸੈਸ ਦੇ ਰੇਟ ਸੀਗਾ। ਔਰ ਜੇ ਹੁਣ ਸੈਪਟੰਬਰ ਇਨਟੇਕ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ 90% ਤੋਂ ਵੀ ਉੱਪਰ ਸਕਸੈਸ ਰੇਟ ਜਾ ਰਿਹਾ। ਸੋ ਇੰਨੇ ਵੱਡੇ ਸਕਸੈਸ ਰੇਟ ਦੇ ਨਾਲ ਜਦੋਂ ਸਟੂਡੈਂਟਸ ਸਾਨੂੰ ਅਪਰੋਚ ਕਰਦੇ ਨੇ ਤਾਂ ਡੈਫੀਨੇਟਲੀ ਕੌਨਫੀਡੈਂਸ ਉਹਨਾਂ ਦੇ ਵਿੱਚ ਹੁੰਦਾ। ਸੋ ਇਹ ਸਭ ਤੋਂ ਵੱਡਾ ਰੀਜ਼ਨ ਲੱਗਦਾ ਮੈਨੂੰ। ਔਰ ਦੂਸਰੀ ਜਿਹੜੀ ਹੁਣੇ ਆਪਣੀ ਗੱਲ ਚੱਲ ਰਹੀ ਸੀ ਕਿ ਠੱਗੀ ਠੋਰੀ, ਸੋ ਜੈਨੂਇਨਿਟੀ ਨਾਲ ਕੰਮ ਹੁੰਦਾ। ਜੋ ਦੋ ਚੀਜ਼ਾਂ ਹੁੰਦੀਆਂ ਤਾਂ ਸਟੂਡੈਂਟ ਕਿਤੇ ਨਾ ਕਿਤੇ ਭਰੋਸੇ ਦੇ ਵਿੱਚ ਆਉਂਦਾ ਤੇ ਸਾਡੇ ਕੋਲ ਆਉਂਦਾ ਡੈਫੀਨੇਟਲੀ, ਔਰ ਅੱਛੇ ਰਿਜ਼ਲਟ ਦੇ ਰਹੇ ਸਟੂਡੈਂਟਸ ਨੂੰ। ਤੁਹਾਡੇ ਦਾਅਵੇ ਕੀ ਨੇ ਕਿ ਅਸੀਂ ਮੰਨ ਲਓ ਕਿ ਕ੍ਰਾਈਟੇਰੀਆ ਤਾਂ ਹੈਗਾ ਕਿ 6 ਬੈਂਡ ਚਾਹੀਦੇ ਨੇਗੇ ਆਇਲਸ ਚੋਂ, ਕੀ ਤੁਸੀਂ 5 ਦਿਨ ਨਾਲ ਭੇਜ ਦੋਗੇ? ਜੀ ਬਿਲਕੁਲ ਨਹੀਂ। ਦਾਅਵੇ ਦੇਖੋ ਸਾਡੇ ਕੋਈ ਨਹੀਂ ਹੈਗੇ। ਪਹਿਲੇ ਮੈਂ ਤੁਹਾਨੂੰ ਦਾਅਵਾ ਮੈਂ ਕਦੇ ਨਹੀਂ ਕਰਦਾ। ਜਿਹੜਾ ਵੀਜ਼ਾ ਦੇਣਾ ਐਮਬੈਸੀ ਨੇ ਦੇਣਾ। ਸਾਨੂੰ ਟ੍ਰੈਂਡ ਪਤਾ ਹੈ, ਕਿਸ ਤਰ੍ਹਾਂ ਫਾਈਲ ਲਗਾਉਣੀ ਉਹ ਸਾਨੂੰ ਪਤਾ, ਕਿੱਦਾਂ ਬੱਚੇ ਦੇ ਫਾਈਨੈਂਸ਼ੀਅਲਸ ਲਗਾਉਣੇ ਉਹ ਸਾਨੂੰ ਪਤਾ, ਸਾਨੂੰ ਚੀਜ਼ਾਂ ਦਾ ਪਤਾ, ਫਾਈਲ ਕਿਸ ਤਰ੍ਹਾਂ ਲਗਾਉਣੀ। ਬਟ ਦਾਅਵਾ ਕੋਈ ਨਹੀਂ ਹੈਗਾ। ਜਿਹੜੇ ਪੈਰਾਮੀਟਰਸ ਨੇ ਉਹ ਪੂਰੇ ਕਰਨੇ ਪੈਣੇ, ਪੂਰੇ ਹੋਣੇ ਚਾਹੀਦੇ। ਸਕਸੈਸ ਰੇਟ ਅੱਜ ਚੱਲ ਰਿਹਾ 90% 95% ਚੱਲ ਰਿਹਾ, ਬਟ ਇਹ ਨਹੀਂ ਕਹਿੰਦਾ ਮੈਂ ਹਮੇਸ਼ਾ ਮੇਨਟੇਨ ਹੀ ਰਹੇਗਾ। ਰਿਫਿਊਜ਼ਲਸ ਵੀ ਆ ਸਕਦੀਆਂ ਨੇ। ਸੋ ਬੱਚਿਆਂ ਨੂੰ ਇਸ ਚੀਜ਼ ਲਈ ਵੀ ਪ੍ਰੀਪੇਅਰ ਹੋਣਾ ਚਾਹੀਦਾ। ਬਟ ਹਾਂ, ਇੱਕ ਚੀਜ਼ ਹੈ, ਕੰਮ ਤੁਹਾਡਾ ਢੰਗ ਨਾਲ ਹੋਏਗਾ, ਪ੍ਰੋਪਰ ਹੋਏਗਾ, ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਏਗਾ। ਠੱਗੀ ਠੋਰੀ ਵਾਲਾ ਕਦੇ ਵੀ ਕੋਈ ਚਾਂਸ ਨਹੀਂ ਹੋ ਸਕਦਾ। ਇਸ ਚੀਜ਼ ਦਾ ਅਸੀਂ ਦਾਅਵਾ ਕਰਦੇ ਹਾਂ। ਅਮਿਤ ਜੀ, ਮੈਨੂੰ ਤੁਹਾਡੀ ਸਭ ਤੋਂ ਚੰਗੀ ਗੱਲ ਪਤਾ ਕੀ ਲੱਗੀ ਕਿ ਬੜੇ ਸਾਰਿਆਂ ਨਾਲ ਮਿਲਣ ਦਾ ਮੌਕਾ ਮਿਲਦਾ। ਤੁਸੀਂ ਮੈਨੂੰ ਆਫ ਕੈਮਰਾ ਇਹ ਗੱਲ ਕਹਿ ਰਹੇ ਸੀ ਕਿ ਆਪਾਂ ਕੁਝ ਵੀ ਝੂਠ ਦਾ ਪ੍ਰਚਾਰ ਨਹੀਂ ਕਰਨਾ। ਆਪਾਂ ਇਹ ਨਹੀਂ ਕਹਿਣਾ ਕਿ ਹੈ ਨਾ ਕਿ ਸਾਡੇ ਕੋਲੇ ਸਾਡਾ ਜਿਹੜਾ ਸਕਸੈਸ ਰੇਟ ਹੈ ਉਹ 100% ਹੈ। ਹਾਲਾਂਕਿ ਮੈਨੂੰ ਤੁਸੀਂ ਗੱਲਾਂ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਹਾਲੇ ਤੱਕ ਇੱਕ ਅੱਧਾ ਰਿਫਿਊਜ਼ਲ ਆਇਆ, ਪਰ ਤੁਸੀਂ ਉਹਨੂੰ ਵੀ 100 ਨਹੀਂ ਕਹਿ ਰਹੇ, ਵਰਨਾ ਅਗਲਾ ਜੀ ਬਿਲਕੁਲ। ਦੇਖੋ, ਦਾਵਾ ਜੋ ਤੁਸੀਂ ਕਿਸੇ ਚੀਜ਼ ਦਾ ਕਰਦੇ ਹੋ ਕਿ ਮੈਂ 100% ਦਾ, ਅਗਲਾ ਜਦੋਂ ਬੰਦਾ ਸਾਹਮਣੇ ਤੋਂ ਕਮੈਂਟ ਕਰੇਗਾ ਨੀਚੇ ਕਿ ਵੀ ਮੇਰਾ ਤਾਂ ਵੀਜ਼ਾ ਤੋਂ ਰਿਫਿਊਜ਼ ਹੋਇਆ ਸੀ, ਤਾਂ ਉਹ ਚੀਜ਼ ਨਹੀਂ ਹੋ ਸਕਦੀ ਨਾ। ਦਾਵਾ ਉਹੀ ਕਰੋ ਜਿਹੜਾ ਹੈਗਾ। 90% ਸਕਸੈਸ ਰੇਟ ਹੈਗਾ ਤਾਂ 90% ਦੀ ਹੀ ਗੱਲ ਕਰਾਂਗੇ। ਜੇ 100 ਹੋਏਗਾ, ਥੋੜੇ ਦਿਨ ਪਹਿਲੇ ਤੱਕ 100 ਸੀਗਾ ਤਾਂ 100 ਦੀ ਗੱਲ ਕਰਦੇ ਸੀ, ਅੱਜ ਉਹਨਾਂ ਹੈਗਾ ਤਾਂ ਅਸੀਂ ਉਸੇ ਦੀ ਗੱਲ ਕਰਦੇ ਹਾਂ। ਔਰ ਦੂਸਰੀ ਰਹੀ ਜਿਹੜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਟਰਾਂਸਪੇਰੈਂਸੀ ਤੁਹਾਨੂੰ ਸਾਡੇ ਕੰਮ ਦੇ ਵਿੱਚ ਮਿਲੇਗੀ, ਜ਼ਰੂਰ ਮਿਲੇਗੀ। ਦੂਸਰੀ ਤੁਸੀਂ ਮੈਨੂੰ ਆਫ ਕੈਮਰਾ ਇਹ ਗੱਲ ਕਹਿ ਰਹੇ ਸੀ ਕਿ ਆਪਾਂ ਕੋਈ ਵੀ ਇਹ ਨਹੀਂ ਪ੍ਰਚਾਰ ਕਰਨਾ ਕਿ ਭਈ ਜਿਹੜਾ ਮਰਜ਼ੀ ਆ ਜਾਏ, ਅਸੀਂ ਖੁਸ਼ ਕਰਕੇ ਭੇਜਾਂਗੇ। ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ। ਅੱਜ 16 ਸਾਲ ਤੋਂ ਕੰਮ ਕਰ ਰਹੇ ਹਾਂ, ਤਾਂ ਉਮਰ ਇਹੀ ਕੰਮ ਕਰਨਾ। ਦੇਖੋ, ਸਟੱਡੀ ਵੀਜ਼ਾ ਕਦੇ ਬੰਦ ਨਹੀਂ ਹੋਣ ਵਾਲਾ, ਟੂਰਿਸਟ ਵੀਜ਼ਾ ਕਦੇ ਬੰਦ ਨਹੀਂ ਹੋਣ ਵਾਲਾ। ਤਾਂ ਉਮਰ ਦਾ ਕੰਮ ਹੈ, ਤਾਂ ਠੱਗੀ ਕਰਕੇ ਕਿੰਨੇ ਦਿਨ ਚੱਲ ਪਾਵਾਂਗੇ? ਤੁਸੀਂ ਵੀ ਦੇਖੇ ਹੋਣੇ ਮਾਰਕੀਟ ਦੇ ਠੱਗੀ ਕਰਨ ਵਾਲੇ, ਸਾਲ ਟਿਕ ਜਾਏਗਾ, 2 ਸਾਲ ਟਿਕ ਜਾਏਗਾ, 3 ਸਾਲ ਟਿਕ ਜਾਏਗਾ, ਬਟ ਅਸੀਂ ਤਾਂ ਉਮਰੇ ਕੰਮ ਕਰਨਾ ਹੈ। ਸਾਡਾ ਜਿਹੜਾ ਬੇਸ ਹੈਗਾ ਕਸਟਮਰ ਦਾ, ਉਹ ਸਾਡਾ ਰੈਫਰੈਂਸ ਬੇਸ ਹੈ। ਇੱਕ ਬੱਚੇ ਦਾ ਵੀਜ਼ਾ ਲੱਗਿਆ, 4 ਬੱਚਿਆਂ ਨੂੰ ਨਾਲ ਲੈ ਕੇ ਆਉਂਦਾ। ਅਸੀਂ ਉਸ ਬੇਸ ਤੇ ਕੰਮ ਕਰਦੇ ਸੀ। ਮਾਰਕੀਟਿੰਗ ਵਾਲੇ ਪਾਸੇ ਬਹੁਤ ਘੱਟ ਜਾਂਦੇ, ਬਹੁਤ ਹੀ ਘੱਟ ਜਾਂਦੇ ਜੀ। ਬਿਲਕੁਲ, ਤੁਸੀਂ 15 ਸਾਲ ਦੀ ਗੱਲ ਕੀਤੀ ਹੈ ਤੇ 15 ਸਾਲ 'ਚ ਆਪਣੀ ਪਹਿਲੀ ਮੁਲਾਕਾਤ। ਜੀ ਬਿਲਕੁਲ। ਦੇਖੋ, ਤੁਸੀਂ ਕਿਤੇ ਨਾ ਕਿਤੇ ਤੁਸੀਂ ਸਾਡੇ ਬਾਰੇ ਸੁਣਿਆ ਹੋਊਗਾ, ਤਾਂ ਹੀ ਤੁਸੀਂ ਅਪਰੋਚ ਕਰਕੇ ਆਏ ਹੋ। ਔਰ ਤੁਸੀਂ ਗੱਲਾਂ ਤੋਂ ਵੀ ਜੱਜ ਕੀਤਾ, ਬਲਕਿ ਤੁਹਾਨੂੰ ਵੀਜ਼ਾਸ ਵੀ ਮੈਂ ਸ਼ੋਅ ਕਰ ਰਿਹਾ ਸੀਗਾ। ਜੇ ਹੋ ਸਕੇ ਤਾਂ ਆਪਣੇ ਚੈਨਲ ਤੇ ਵੀ ਉਹ ਸ਼ੋਅ ਕਰ ਦਿਓ, ਤਾਂ ਉਹਦੇ ਨਾਲ ਹੀ ਜੈਨੂਇਨਿਟੀ। ਦੇਖੋ, ਐਂਡ ਦੇ ਵਿੱਚ ਕੀ ਮੈਟਰ ਕਰਦਾ?
ਐਂਡ ਦੇ ਵਿੱਚ ਮੈਟਰ ਦਾ ਵੀਜ਼ਾ ਕਰਦਾ। ਬੱਚੇ ਨੇ ਵੀਜ਼ਾ ਦੇਖਣਾ, ਕੋਈ ਟੂਰਿਸਟ ਵੀਜ਼ਾ ਲਈ ਜਾ ਰਿਹਾ, ਉਹਨੇ ਵੀਜ਼ਾ ਦੇਖਣਾ ਕਿ ਪਹਿਲੇ ਇਸ ਕੰਪਨੀ ਨੇ ਕੋਈ ਵੀਜ਼ਾ ਲਗਾਏ ਨੇ, ਉਹ ਚੀਜ਼ ਤੁਹਾਨੂੰ ਅਸੀਂ ਸ਼ੋਅ ਕਰਤੀ ਤਾਂ ਉਸ ਤੋਂ ਬਾਅਦ ਜੈਨੂਇਨਟੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਕਈ ਵਾਰ ਅਜਿਹੇ ਕਈ ਇਮੀਗ੍ਰੇਸ਼ਨ ਸੇ ਵੀ ਹੁੰਦਾ ਕਿ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਆਓ ਜੀ, ਅਸੀਂ ਤੁਹਾਡੀ ਗਾਰੰਟੀ ਲੈਂਦੇ ਹਾਂ, ਚਾਹੇ ਤੁਸੀਂ +2 ਪਾਸ ਹੋ, ਚਾਹੇ ਤੁਸੀਂ ਫੇਲ ਹੋ, ਚਾਹੇ ਤੁਸੀਂ ਇਹ ਹੋ, ਤੁਹਾਨੂੰ ਬਾਹਰ ਭੇਜਾਂਗੇ ਅਸੀਂ। ਦੇਖੋ ਦੂਸਰੇ ਏਜੰਟ ਦੇ ਬਾਰੇ ਮੈਂ ਗੱਲ ਨਹੀਂ ਕਰਦਾ, ਪਤਾ ਨਹੀਂ ਉਹਨਾਂ ਦੀ ਕੀ ਸੈਟਿੰਗ ਹੋਏ ਨਾ ਹੋ, ਇਸ ਬਾਰੇ ਕੋਈ ਨਹੀਂ ਹੈ। ਬਟ ਜੇ ਮੈਂ ਆਪਣੀ ਪਰਸਨਲ ਗੱਲ ਕਰਾਂ, ਮੈਂ ਕਦੇ ਗਾਰੰਟੀ ਨਹੀਂ ਲੈਣੀ। ਮੈਂ ਤੁਹਾਡੀ ਫਾਈਲ ਤੇ ਕੰਮ ਕਰਾਂਗਾ, ਤੁਹਾਡੇ ਡਾਕੂਮੈਂਟਸ ਪੂਰੇ ਹੈਗੇ ਨੇ, ਤੁਹਾਡੇ ਫਾਈਨੈਂਸ਼ੀਅਲ ਪੂਰੇ ਨੇ, ਤੁਹਾਡੇ ਗੈਪ ਜਿਹੜਾ ਕਵਰ ਪੂਰਾ ਆ ਗਿਆ। ਜੇ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰੀਏ, ਟੂਰਿਸਟ ਵੀਜ਼ਾ ਦੀ ਜੇ ਗੱਲ ਕਰੀਏ, ਜੇ ਤੁਹਾਡਾ ਪ੍ਰੋਫਾਈਲ ਐਸਾ ਹੈਗਾ ਕਿ ਕੈਨੇਡਾ ਸਰਕਾਰ ਤੁਹਾਨੂੰ ਵੀਜ਼ਾ ਦੇ ਸਕਦੀ ਹੈ ਤਾਂ ਹੀ ਤੁਹਾਨੂੰ ਵੀਜ਼ਾ ਮਿਲੇਗਾ। ਗਾਰੰਟੀ ਵਾਲਾ ਕੋਈ ਸਿਸਟਮ ਨਹੀਂ ਹੈ। ਔਰ ਇੱਕ ਚੀਜ਼ ਹੋਰ, ਜੇ ਪ੍ਰੋਫਾਈਲ ਤੁਹਾਡਾ ਮੀਟ ਕਰਦਾ ਹੋਏਗਾ ਕ੍ਰਾਈਟੇਰੀਆ ਦੇ ਨਾਲ ਤਾਂ ਹੀ ਤੁਹਾਡੀ ਫਾਈਲ ਐਕਸੈਪਟ ਕਰਾਂਗਾ, ਅਦਰਵਾਈਜ਼ ਐਕਸੈਪਟ ਨਹੀਂ ਕਰਾਂਗਾ। ਕਿਉਂਕਿ ਜੇ ਮੈਂ ਅੱਜ ਕਹਿ ਰਿਹਾ ਕਿ 90-95% ਮੇਰਾ ਰਿਕਾਰਡ ਹੈਗਾ ਤਾਂ ਹੀ ਹੈ ਵੀ ਅਸੀਂ ਸਿਲੈਕਟਡ ਪ੍ਰੋਫਾਈਲ ਚੂਜ਼ ਕਰਦੇ ਹਾਂ। ਜੇ ਮੈਂ ਸਾਰੀ ਪ੍ਰੋਫਾਈਲਾਂ ਚੱਕ ਕੇ ਉਸ ਤੇ ਪ੍ਰੋਸੈਸਿੰਗ ਕਰਨ ਲੱਗ ਜਾਂ ਤਾਂ ਫਿਰ ਰਿਫਿਊਜ਼ਲਾਂ ਵੀ ਇੰਨੀ ਆਉਣੀ ਸ਼ੁਰੂ ਹੋ ਜਾਣਗੀਆਂ। ਭੇਜ ਦਿੰਦੇ ਕਿ ਭਾਈ ਵਾਪਸ ਭੇਜ ਦਿੰਦਾ ਵਾਪਸ। ਤਾਂ ਹੀ ਅੱਜ ਕੰਮ ਬਹੁਤ ਜ਼ਿਆਦਾ ਕਰ ਰਹੇ ਹਾਂ, ਵਧੀਆ ਕੰਮ ਕਰ ਰਹੇ ਹਾਂ, ਸਕਸੈਸ ਰੇਟ ਵੀ ਅੱਛਾ। ਬਟ ਇੰਨਾ ਸ਼ਾਇਦ ਨਾਮ ਨਾ ਸੁਣਿਆ ਹੋਏ ਸਾਡਾ ਨਾਮ ਉਸ ਤੋਂ ਹੀ ਸੁਣਿਆ ਹੈਗਾ ਜਿਹਦਾ ਕੰਮ ਹੋਇਆ ਜਾਂ ਜਿਹੜੇ ਸਾਡੇ ਰੈਫਰੈਂਸ ਹੈਗੇ ਆ। ਮਾਰਕੀਟਿੰਗ ਤੇ ਸਾਡਾ ਕੋਈ ਵਿਸ਼ਵਾਸ ਨਹੀਂ, ਮਾਰਕੀਟਿੰਗ ਨਹੀਂ ਕਰਨੀ, ਸਿਰਫ ਲੋਕਾਂ ਨੂੰ ਸਹੀ ਸਲਾਹ ਦੇਣੀ ਤਾਂ ਸਹੀ ਕੰਮ ਕਰਕੇ ਦੇਣਾ। ਦੂਸਰੀ ਚੀਜ਼ ਇੱਕ ਤੁਹਾਡਾ ਜਿਹੜਾ ਜਿੱਥੇ ਆਪਾਂ ਇਸ ਟਾਈਮ ਤੁਹਾਡੇ ਹੈੱਡ ਆਫਿਸ ਦੇ ਵਿੱਚ ਬੈਠੇ ਹਾਂ, ਬੜੀ ਮੇਨ ਰੋਡ ਤੋਂ ਜੇ ਆਪਾਂ ਕਰੀਏ ਕਿ ਮੋਹਾਲੀ ਦੀ ਗੱਲ ਕਰੀਏ ਤਾਂ 82 ਸੈਕਟਰ ਦੇ ਵਿੱਚ ਬੜੇ ਪਿੱਛੇ ਹਟ ਕੇ ਰਹਿ ਜਾਂਦਾ। ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜੇ ਇੱਥੇ ਤੁਹਾਡੇ ਕਸਟਮਰਸ ਹੋਣਗੇ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਹੋਊਗਾ ਯਾਰ ਕਿ ਬੜੀ ਸਾਈਡ ਤੇ ਖੋਲਿਆ ਹੋਇਆ, ਕੀ ਕੋਈ ਗਲਤ ਤਾਂ ਨਹੀਂ ਹੈਗਾ ਜੀ। ਦੇਖੋ ਜੇ ਸਾਈਡ ਦੀ ਗੱਲ ਕਰੀਏ, ਅੱਜ ਤੋਂ ਸਾਲ 2 ਸਾਲ ਪਹਿਲੇ ਜੇ ਤੁਸੀਂ ਕਹਿੰਦੇ ਤਾਂ ਇਸ ਤੋਂ ਵੀ ਮਤਲਬ ਕਿ ਇੰਨੀ ਅਪਰੋਚ ਨਹੀਂ ਸੀਗੀ। ਅੱਜ ਤਾਂ ਫਿਰ ਵੀ ਦੇਖੋ ਤੁਸੀਂ ਵੀ ਨਾਮ ਸੁਣ ਕੇ ਆਏ, ਜੇ ਤੁਹਾਨੂੰ ਪਤਾ ਲੱਗਿਆ ਕਿ ਵਧੀਆ ਕੰਮ ਕਰਦੇ ਤਾਂ ਹੀ ਤੁਸੀਂ ਇੰਟਰਵਿਊ ਲੈਣ ਆਏ। ਸੋ ਜੇ ਤੁਸੀਂ ਲੱਭ ਕੇ ਆ ਸਕਦੇ ਹੋ, ਹਾਲਾਂਕਿ ਤੁਸੀਂ ਤਾਂ ਸਿਰਫ ਆਪਣੇ ਚੈਨਲ ਤੇ ਸਾਡਾ ਇੰਟਰਵਿਊ ਚਲਾਉਣਾ ਹੈ, ਸੱਚੀ ਸੁੱਚੀਆਂ ਗੱਲਾਂ ਦੱਸਣੀਆਂ, ਉਹਦੇ ਲਈ ਤੁਸੀਂ ਆ ਸਕਦੇ ਹੋ। ਤੇ ਜਿਹਦਾ ਵੀਜ਼ਾ ਲੱਗਿਆ ਸੀ ਉਹਨੇ ਅੱਗੇ ਰੈਫਰੈਂਸ ਦਿੱਤਾ ਤਾਂ ਕਿਉਂ ਨਹੀਂ ਆਏਗਾ? ਪਿਆਸਾ ਕੂਏ ਕੋਲ ਜਾਏਗਾ ਹੀ ਜਾਏਗਾ, ਉਹੀ ਸਾਡੇ ਨਾਲ ਹੈ। ਕਿਉਂਕਿ ਮੈਂ ਤੁਹਾਨੂੰ ਦੱਸਿਆ ਰੈਫਰਲ ਬੇਸ ਸਾਡੀ ਮਾਰਕੀਟ ਹੈਗੀ, ਤਾਂ ਫਿਰ ਲੱਭ ਕੇ ਆਈ ਜਾਂਦਾ। ਜਿਹਨੇ 200 ਕਿਲੋਮੀਟਰ ਚੱਲ ਕੇ ਆਣਾ ਸਪੋਜ਼, ਫਿਰ ਉਹ ਜੇ 5 ਕਿਲੋਮੀਟਰ ਅੰਦਰ ਆ ਜਾਏਗਾ ਤਾਂ ਉਹਨੂੰ ਕੀ ਫਰਕ ਹੈਗਾ? ਜਿਹਨੇ ਆਣਾ ਉਹਨੇ ਆਣਾ ਹੀ ਹੈ, ਜਿਹਨੇ ਵਧੀਆ ਕੰਮ ਕਰਾਉਣਾ ਉਹਨੂੰ ਥੋੜੀ ਬਹੁਤੀ ਤਾਂ ਮੁਸ਼ੱਕਤ ਕਰਨੀ ਪਏਗੀ। ਅੰਤ ਦੇ ਵਿੱਚ ਉਹਨੇ ਫਿਰ ਕੈਨੇਡਾ ਜਾਣ ਲਈ ਵੀ ਤਾਂ ਐਫਰਟ ਕਰਨੇ ਆ। ਕੈਨੇਡਾ ਤਾਂ ਬਹੁਤ ਦੂਰ ਹੈ, ਫਲਾਈਟ ਲੈ ਕੇ ਜਾਣੇ, ਤਾਂ ਇੱਥੇ ਆਉਣ ਦੇ ਵਿੱਚ 82 ਸੈਕਟਰ ਆਉਣ ਦੇ ਵਿੱਚ ਜਿਹਨੂੰ ਸਹੀ ਸਲਾਹ ਮਿਲਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਹਰਜ ਹੈਗਾ। ਬੜੀ ਚੰਗੀ ਗੱਲ ਹੈ ਕਿ ਜਿਹਨੂੰ ਜ਼ਰੂਰਤ ਹੈ ਉਹਨੇ ਲੱਭ ਹੀ ਲੈਣਾ। ਬਿਲਕੁਲ ਜਿਹਨੂੰ ਜ਼ਰੂਰਤ ਹੈ ਉਹਨੇ ਲੱਭ ਲੈਣਾ, ਉਹਦਾ ਕੰਮ ਹੋਏਗਾ। ਉਹਨੇ ਕੈਨੇਡਾ ਜਾਣਾ, ਉਹਨੂੰ ਸਹੀ ਸਲਾਹ ਮਿਲ ਰਹੀ ਹੈਗੀ ਹੈ ਔਰ ਜੈਨੂਅਨ ਮਿਲ ਰਹੀ ਹੈ ਤਾਂ ਡੈਫੀਨੇਟਲੀ ਉਹ ਆਏਗਾ ਹੀ ਆਏਗਾ। ਔਰ ਆਉਂਦੇ ਆ, ਬਹੁਤ ਸਾਰੇ ਵਾਕਿੰਗਸ ਹੁੰਦੇ ਆ, ਡੇਲੀ ਦੇ ਬੇਸਿਸ ਤੇ ਹੁੰਦੇ ਆ। ਬਟ ਹਾਂ ਮੈਂ ਗੱਲ ਮੰਨਦਾ ਜੇ ਕਿ ਅਸੀਂ ਆਪਣਾ ਪ੍ਰਚਾਰ ਹੋਰ ਕਰਨ ਲੱਗ ਜਾਈਏ, ਮਾਰਕੀਟਿੰਗ ਹੋਰ ਕਰਨ ਲੱਗ ਜਾਈਏ, ਫਿਰ ਹੋ ਸਕਦਾ ਕਿ ਵਾਕਿੰਗ ਜ਼ਿਆਦਾ ਵੱਧ ਜਾਣ। ਫਿਰ ਉਹੀ ਗੱਲ ਹੈ, ਜੋ ਖਰਚੇ ਪੈ ਜਾਂਦੇ ਨੇ, ਫਿਰ ਇਨਸਾਨ ਇਸ ਚੀਜ਼ 'ਚ ਪੈ ਜਾਂਦਾ ਕਿ ਉਹਨੂੰ ਖਰਚੇ ਨੂੰ ਕਿਸ ਤਰ੍ਹਾਂ ਕਵਰ ਕਰਨਾ ਪੈਂਦਾ। ਉਹ ਚੀਜ਼ ਮੈਂ ਨਹੀਂ ਚਾਹੁੰਦਾ। ਮੈਂ ਜੈਨੂਅਨ ਹੀ ਚੱਲਣਾ ਚਾਹੁੰਦਾ। ਸ਼ੁਰੂ ਤੋਂ 16 ਸਾਲਾਂ ਤੋਂ ਇਹੀ ਚੀਜ਼ ਰਹੀ ਹੈ ਤੇ ਅੱਗੇ ਵੀ ਇਹੀ ਚੱਲਦਾ ਰਹੇਗਾ ਕਿ ਜੈਨੂਇਨਿਟੀ ਨਾਲ ਔਰ ਰੈਫਰਲ ਬੇਸ ਤੇ ਹੀ ਕੰਮ ਕਰਨਾ ਜਿੰਨਾ ਵੀ ਕਰਨਾ ਜੀ। ਸਾਫ ਸੁਥਰਾ ਕੰਮ, ਲੰਬੀ ਰੇਸ ਦੇ ਜਿਹੜੇ ਘੋੜੇ, ਲੰਬੀ ਰੇਸ। ਦੇਖੋ 16 ਸਾਲ ਥੋੜੇ ਨਹੀਂ ਹੁੰਦੇ ਇੱਕ ਕੰਮ ਦੇ ਵਿੱਚ ਰੈਗੂਲਰਲੀ ਕਰੰਟ ਕਰਦੇ ਰਹਿਣਾ। ਸੋ ਅੱਗੇ ਵੀ ਇਸ ਤਰ੍ਹਾਂ ਹੀ ਚੱਲਦੇ ਰਵਾਂਗੇ ਔਰ ਜੈਨੂਇਨ ਤਰੀਕੇ ਨਾਲ ਹੀ ਕੰਮ ਕਰਾਂਗੇ। ਜੇ ਮੈਂ ਪੁੱਛਣਾ ਚਾਹਾਂ ਕਿ ਹੁਣ ਤੱਕ ਕਿੰਨੇ ਕੁ ਵੀਜ਼ੇ, ਕਿੰਨੇ ਕੁ ਲੋਕਾਂ ਨੂੰ ਬਾਹਰ ਭੇਜ ਚੁੱਕੇ ਹੋ? ਦੇਖੋ ਐਗਜ਼ੈਕਟ ਤਾਂ ਫਿਗਰ ਮੈਂ ਨਹੀਂ ਦੱਸ ਸਕਦਾ। 2-3 ਦਿਨ ਪਹਿਲੇ ਵੀ ਡਿਸਕਸ਼ਨ ਚੱਲ ਰਹੀ ਸੀ ਮੇਰੇ ਬ੍ਰਦਰ ਨਾਲ ਹੀ, ਜੋ ਕਿ ਮੇਰੇ ਨਾਲ ਹੀ ਉਹ ਵੀ ਡਾਇਰੈਕਟਰ ਹੀ ਹੈ। ਤਾਂ ਅਸੀਂ ਇੱਕ ਅੰਦਾਜ਼ਾ ਲਗਾ ਰਹੇ ਸੀ ਕਿ ਹੋ ਸਕਦਾ ਹੈ 7000 ਤੋਂ ਪਲੱਸ ਲੋਕਾਂ ਨੂੰ ਅਸੀਂ ਬਾਹਰ ਭੇਜ ਚੁੱਕੇ ਹਾਂ। ਚਾਹੇ ਟੂਰਿਸਟ ਹੈ, ਕਿਉਂਕਿ ਦੇਖੋ ਪਹਿਲੇ ਤਾਂ ਜ਼ਿਆਦਾ ਟੂਰਿਸਟ ਦਾ ਹੀ ਚੱਲਦਾ ਸੀ। ਸਟੱਡੀ ਵੀਜ਼ਾ ਦਾ ਕੰਮ ਤਕਰੀਬਨ 2014-15 ਤੋਂ ਬਾਅਦ ਹੀ ਸ਼ੁਰੂ ਹੋਇਆ। ਉਸ ਤੋਂ ਪਹਿਲੇ ਕੋਈ ਵਿਰਲਾ ਵਿਦਿਆਰਥੀ ਹੀ ਜਾਂਦਾ ਸੀਗਾ। ਸੋ ਤਾਂ ਕਰਕੇ ਥੋੜਾ ਨੰਬਰ ਘੱਟ ਨਜ਼ਰ ਆਏਗਾ। ਬਟ ਟੂਰਿਸਟ ਵੀਜ਼ਾ ਦੇ ਬਹੁਤ ਸਾਰੇ ਲੋਕੀ ਭੇਜ ਚੁੱਕੇ ਆ ਔਰ ਅੱਗੇ ਵੀ ਜਾਂਦੇ ਰਹਿਣਗੇ। ਔਰ ਇਹ ਨੰਬਰ ਮੈਨੂੰ ਲੱਗਦਾ ਹੁਣ ਜਿਸ ਤਰ੍ਹਾਂ ਅਸੀਂ ਕੰਮ ਕਰ ਰਹੇ, ਜਿਸ ਤਰ੍ਹਾਂ ਸਾਨੂੰ ਸਕਸੈਸ ਮਿਲ ਰਿਹਾ, ਜਿਸ ਤਰ੍ਹਾਂ ਕਰੇਜ਼ ਲੋਕਾਂ 'ਚ ਵੱਧ ਰਿਹਾ, ਮੈਨੂੰ ਲੱਗਦਾ ਕਿ ਇਹ ਨੰਬਰ ਹੁਣ ਆਉਣ ਵਾਲੇ 2-3 ਸਾਲਾਂ ਦੇ ਵਿੱਚ ਡਬਲ ਹੋ ਜਾਏਗਾ ਡੈਫੀਨੇਟਲੀ, ਜਿਸ ਹਿਸਾਬ ਨਾਲ ਸਕਸੈਸ ਰੇਟ ਚੱਲ ਰਿਹਾ ਜੀ। ਅੱਛਾ, ਇੱਕ ਦੂਸਰਾ ਮੈਨੂੰ ਇਹ ਵੀ ਦੱਸੋ ਕਿ ਇਕੱਲੇ ਕੈਨੇਡਾ ਤੇ ਹੀ ਜਿਹੜਾ ਕੰਮ ਕਰ ਰਹੇ ਹੋ, ਇਕੱਲੇ ਕੈਨੇਡਾ ਹੀ ਭੇਜਦੇ ਹੋ ਜਾਂ ਫਿਰ ਹੋਰ ਆਪਸ਼ਨਸ ਵੀ ਹੈਗੀਆਂ ਨੇ ਟੂਰਿਸਟ ਦੇ ਵਿੱਚ, ਸਟੱਡੀ ਵੀਜ਼ਾ ਦੇ ਵਿੱਚ ਤੁਹਾਡੇ ਕੋਲੇ ਕੋਈ ਆਉਣਾ ਚਾਹੁੰਦਾ ਹੋਵੇ? ਫਰਜ਼ ਕਰੋ ਕਿ ਮੈਂ ਚਾਹਾਂ ਕਿ ਚਲੋ ਜੇ ਮੇਰਾ ਕੈਨੇਡਾ ਨਹੀਂ ਬਣ ਰਿਹਾ ਜਾਂ ਕੈਨੇਡਾ ਦੀਆਂ ਜਿਹੜੀਆਂ ਪੈਰਾਮੀਟਰਸ ਨੇ ਉਹ ਮੇਰੇ ਪੂਰੇ ਨਹੀਂ ਹੋ ਰਹੇ, ਤਾਂ ਮੇਰੀ ਸੈਕਿੰਡ ਆਪਸ਼ਨ ਆਸਟ੍ਰੇਲੀਆ ਹੈ ਕਿ ਤੁਸੀਂ ਉੱਥੇ ਵੀ ਭੇਜ ਦਿਓ ਜਾਂ ਫਿਰ ਖਾਲੀ ਕੈਨੇਡਾ? ਨਹੀਂ, ਸਿਰਫ ਕੈਨੇਡਾ ਦਾ ਨਹੀਂ, ਹਰ ਕੰਟਰੀ ਦਾ ਕੰਮ ਕਰਦੇ ਆ। UK ਹੋਏ, USA ਹੋਏ, ਜਿਹੜੀ ਵੀ ਕੰਟਰੀ ਹੈਗੀ। ਹਾਂ ਪਹਿਲੀ ਗੱਲ ਤੁਹਾਨੂੰ ਦੱਸੀਏ, ਪੈਰਾਮੀਟਰ ਮੈਚ ਹੋਣਾ ਚਾਹੀਦਾ। ਇਹ ਨਹੀਂ ਕਿ ਮੇਰਾ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ ਤਾਂ ਦੂਸਰੀ ਜਗ੍ਹਾ ਲਗਾ ਦਿਓ। ਬਈ ਦੂਸਰੀ ਜਗ੍ਹਾ ਪੈਰਾਮੀਟਰ ਤੁਹਾਡਾ ਬਣੇਗਾ, ਕੰਪਲੀਟ ਕਰੋਗੇ ਤਾਂ ਹੀ ਉੱਥੇ ਭੇਜਾਂਗੇ। ਬਟ ਇਹ ਹੈ ਪ੍ਰੋਸੈਸਿੰਗ ਅਸੀਂ ਤਕਰੀਬਨ ਹਰ ਕੰਟਰੀ ਦੀ ਕਰਦੇ ਹੈਗੇ ਆ। ਮਤਲਬ ਮੈਨੂੰ ਇਹ ਲੱਗ ਰਿਹਾ ਕਿ ਜ਼ਿਆਦਾ ਤੁਸੀਂ ਜਿਹੜੀ ਅਗਲੇ ਨੂੰ ਕੰਸਲਟ ਕਰਕੇ ਅਗਲੇ ਨੂੰ ਅਵੇਅਰ ਕਰਦੇ ਹੋ ਕਿ ਭਾਈ ਤੇਰਾ ਇਹ ਚੀਜ਼ਾਂ ਨੇ, ਇਹ ਤੇ ਵਰਕ ਕਰ, ਜਾਂ ਤੁਹਾਡੇ ਆਈਲਸ ਦੇ ਬੈਂਡ ਚਾਹੀਦੇ ਨੇ ਉਹ ਤੇ ਕੰਮ ਕਰ, ਜਾਂ ਫਿਰ ਹੋਰ ਜਿਹੜੀਆਂ ਤੁਹਾਡੇ ਪੈਰਾਮੀਟਰਸ ਨੇ ਉਹਨੂੰ ਪੂਰਾ ਕਰ, ਫਿਰ ਸਾਡੇ ਕੋਲੇ ਆਈ ਤਾਂ ਫਿਰ ਅਸੀਂ ਕੁਝ ਕਰ ਸਕਦੇ ਹਾਂ। ਉਸ ਤੋਂ ਬਿਨਾਂ ਸਾਡੇ ਕੋਲੇ ਅਜਿਹੀ ਜਾਦੂ ਦੀ ਛੜੀ ਕੋਈ ਨਹੀਂ ਹੈਗੀ, ਅਸੀਂ ਕੁਝ ਨਹੀਂ ਕਰ ਸਕਦੇ। ਦੇਖੋ
2-3 ਮਿੰਟ ਦੀ ਇੰਟਰਵਿਊ ਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਸਮਝ ਆ ਗਈਆਂ ਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਇਹ ਚੀਜ਼ਾਂ ਸਮਝ ਆ ਗਈਆਂ ਹੋਣੀਆਂ। ਜਿਹੜਾ ਸਾਡਾ ਕੰਮ ਕਰਨ ਦਾ ਸਟਾਈਲ ਹੈ, ਕੰਮ ਕਰਨ ਦਾ ਸਟਾਈਲ ਇਹੀ ਹੈ, ਪੈਰਾਮੀਟਰ ਪੂਰੇ ਕਰੋ। ਜੇ ਪੈਰਾਮੀਟਰ ਪੂਰੇ ਹੁੰਦੇ ਆ ਤਾਂ ਵੀਬੀ ਵੀਜ਼ਾ ਕਰਾਓ। ਪਹਿਲਾਂ ਚੈੱਕ ਕਰਾਓ ਪੈਰਾਮੀਟਰ ਦੀ ਵੀ ਨੌਲੇਜ ਇੰਨੀ, ਹਲੇ ਚਾਹੇ 100 ਵੀਡੀਓ ਰੋਜ਼ ਦੀ ਬਣਦੀ ਹੈ, 200 ਬਣਦੀ ਹੈ, ਪਰ ਲੋਕਾਂ ਨੂੰ ਹਲੇ ਇੰਨੀ ਨੌਲੇਜ ਨਹੀਂ ਹੈਗੀ। ਤੁਸੀਂ ਇਹ ਵੀ ਦੱਸ ਰਹੇ ਹੋ? ਹਾਂਜੀ ਬਿਲਕੁਲ। ਤੇ ਪੈਰਾਮੀਟਰ ਦੇ ਬਾਰੇ ਦੱਸ ਦਿਓ ਕਿੱਥੋਂ ਜਾ ਕੇ ਜਿਹੜੀ ਇਹ ਅਵੇਅਰਨੈਸ, ਉਹਦਾ ਤਾਂ ਕੋਈ ਪੈਸਾ ਵੀ ਨਹੀਂ ਲੱਗਦਾ YouTube ਤੇ? ਜੀ YouTube ਤੇ ਵੀ ਹੈ। ਸਾਡੇ ਸ਼ੋਜ਼ ਵੀ ਚੱਲਦੇ ਰਹਿੰਦੇ ਨੇ ਹਰ ਦੂਸਰੇ ਤੀਸਰੇ ਦਿਨ। ਸਾਨੂੰ ਇਨਵੀਟੇਸ਼ਨ, ਕਿਉਂਕਿ ਜਾਣਕਾਰੀ ਬਹੁਤ ਹੈ, 16 ਸਾਲ ਹੋ ਗਏ ਕੰਮ ਕਰਦੇ, ਤਾਂ ਡਿਫਰੈਂਟ ਪਲੇਟਫਾਰਮ ਤੇ ਸਾਨੂੰ, ਜਿਸ ਤਰ੍ਹਾਂ ਤੁਸੀਂ ਇੰਟਰਵਿਊ ਕਰ ਰਹੇ ਹੋ, ਕਾਫੀ ਸਾਰੀ ਇੰਟਰਵਿਊਜ਼ ਹੁੰਦੀਆਂ ਰਹਿੰਦੀਆਂ ਨੇ, ਤਾਂ ਉਹਦੇ ਵਿੱਚ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। YouTube ਦਾ ਚੈਨਲ ਸਬਸਕ੍ਰਾਈਬ ਕਰ ਲਓ, Facebook ਦਾ ਸਬਸਕ੍ਰਾਈਬ ਕਰ ਲਓ, ਉਹਦਾ ਪੈਸਾ ਕੋਈ ਨਹੀਂ ਲੱਗਣਾ। ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਹੀ ਆ ਕੇ ਸਬਸਕ੍ਰਾਈਬ ਕਰੋਗੇ ਤੇ ਮੇਰੇ ਕੋਲ ਹੀ ਆ ਕੇ ਫਾਈਲ ਲਗਾਓ, ਬਟ ਐਟਲੀਸਟ ਜਿਹੜੀ ਤੁਸੀਂ ਠੱਗੀ ਦੀ ਗੱਲ ਕਰ ਰਹੇ ਸੀ ਉਸ ਤੋਂ ਤੁਸੀਂ ਬਚ ਜਾਓਗੇ। ਜੋ ਤੁਹਾਨੂੰ ਅਵੇਅਰਨੈਸ ਹੋਏਗੀ, ਨੌਲੇਜ ਹੋਏਗੀ, ਤੁਹਾਡੀ ਤੁਸੀਂ ਠੱਗੀ ਦਾ ਸ਼ਿਕਾਰ ਨਹੀਂ ਹੋਗੇ ਜੇ ਮੇਰੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਕਰ ਲਓਗੇ। ਨੌਲੇਜ ਤੁਹਾਨੂੰ ਪ੍ਰੋਪਰ ਮਿਲੇਗੀ, ਚਾਹੇ ਸਟੱਡੀ ਵੀਜ਼ਾ ਬਾਰੇ ਹੋਵੇ, ਚਾਹੇ ਉਹ ਟੂਰਿਸਟ ਵੀਜ਼ਾ ਬਾਰੇ ਹੋਵੇ। ਜੀ ਅੱਛਾ, ਇਸ ਤੋਂ ਇਲਾਵਾ ਇੱਕ ਪੀਟੀ ਨੂੰ ਲੈ ਕੇ ਕਿੰਨਾ ਕੁ ਤੁਹਾਡਾ, ਜੇ ਮੈਂ ਗੱਲ ਕਰਾਂ ਕਿ ਜਿੱਥੇ ਤੱਕ ਸੁਣਿਆ ਜਾਂਦਾ ਹੈ ਕਿ ਉਹਦਾ ਕੋਈ ਸਕਸੈਸ ਰੇਟ ਜਾਂ ਨਹੀਂ ਹੈਗਾ, ਤੁਹਾਡੇ ਹਿਸਾਬ ਦੇ ਨਾਲ ਕਿ ਪੀਟੀ ਦੇ ਜਿਹੜੇ ਤੁਹਾਡੇ ਕੋਲੇ ਵੀਜ਼ੇ ਵੀ ਤੁਸੀਂ ਲਗਵਾਏ? ਪੀਟੀ ਦੇ ਜੇ ਮੈਂ 2-3 ਇਨਟੇਕ ਪਿੱਛੇ ਚਲੇ ਜਾਣਾ ਤਾਂ ਇਹ ਗੱਲ ਮੈਂ ਵੀ ਕਹਿੰਦਾ ਸੀਗਾ ਕਿ ਪੀਟੀ ਦੇ ਵੀਜ਼ਾ, ਤੁਸੀਂ ਮੇਰੇ ਪੁਰਾਣੇ ਵੀਡੀਓਜ਼ ਵੀ, ਜੇ ਤੁਹਾਨੂੰ ਟਾਈਮ ਕਦੇ ਲੱਗੇ ਤਾਂ ਤੁਸੀਂ ਵੀਡੀਓਜ਼ ਵੀ ਦੇਖ ਲਿਓ, ਉਹਦੇ 'ਚ ਮੈਂ ਇਹ ਗੱਲ ਕਹਿੰਦਾ ਸੀ ਕਿ ਪੀਟੀ ਬੱਚੇ ਨਾ ਕਰਨ, ਕਿਉਂਕਿ ਦੇਖੋ ਹਰ ਚੀਜ਼ ਟ੍ਰੈਂਡ ਦੇ ਹਿਸਾਬ ਨਾਲ ਚੱਲਦੀ, ਔਰ ਖਾਸ ਕਰ ਕੈਨੇਡਾ ਟ੍ਰੈਂਡ ਬੇਸ ਤੇ ਚੱਲਦਾ। ਜੇ ਬਾਕੀ ਕੰਟਰੀਆਂ ਦੀ ਅਸੀਂ ਗੱਲ ਕਰੀਏ, ਉਹ ਕਾਗਜ਼ਾਂ ਦੇ ਬੇਸ ਤੇ ਚੱਲਦੇ ਨੇ ਔਰ ਉਹਨਾਂ ਦੇ ਕੋਈ ਟ੍ਰੈਂਡ ਨਹੀਂ ਹੁੰਦੇ। ਜੇ ਜੈਨੂਅਨ ਸਟੂਡੈਂਟ ਹੈ ਉਹਨੂੰ ਵੀਜ਼ਾ ਮਿਲ ਜਾਂਦਾ, ਬਟ ਕੈਨੇਡਾ ਇੱਕ ਐਸੀ ਕੰਟਰੀ ਜਿਹੜਾ 8 ਬੈਂਡ ਵਾਲੇ ਨੂੰ ਰਿਫਿਊਜ਼ਲ ਦੇ ਦਿੰਦਾ ਔਰ ਪੀਟੀ ਵਾਲੇ ਨੂੰ ਵੀਜ਼ਾ ਦੇ ਦਿੰਦਾ। 2-3 ਇਨਟੇਕ ਪਹਿਲੇ, ਕਾਰਨ ਕੀ ਹੈ? ਉਹ ਕੋਈ ਕਾਰਨ ਸਾਹਮਣੇ ਨਹੀਂ ਆਇਆ। ਕੈਨੇਡਾ ਦੀ ਖਾਸੀਅਤ ਹੈਗੀ ਹੈ ਕੈਨੇਡਾ ਦੀ, ਜੇ ਇਹਨਾਂ ਦੀ ਤੁਸੀਂ ਰਿਫਿਊਜ਼ਲਾਂ ਵੀ ਚੱਕ ਕੇ ਦੇਖ ਲਓਗੇ, ਰਿਫਿਊਜ਼ਲਾਂ ਦੀ ਕੋਈ ਰੀਜ਼ਨ ਸਭ ਨੂੰ ਦੇ ਦੇਣਾ ਇਹਨਾਂ ਨੇ, ਇਹਦਾ ਕੋਈ ਭੇਤ ਨਹੀਂ ਹੈ। ਕੋਈ ਕੰਸਲਟੈਂਟ ਕਹੇ ਕਿ ਮੈਂ ਦੱਸ ਸਕਦਾ ਵੀ ਤੇਰਾ ਵੀਜ਼ਾ ਕਿਉਂ ਰੁਕਿਆ, ਕੁਝ ਨਹੀਂ ਹੈ। ਚਾਹੇ ਕੇਪਸ ਨੋਟ ਕਢਾ ਲਓ, ਕੁਝ ਕਢਾ ਲਓ, ਰੀਜ਼ਨ ਤੁਹਾਨੂੰ ਇੱਕੋ ਹੀ ਮਿਲਣਾ, 1-2 ਰੀਜ਼ਨ ਮਿਲਣੇ ਆ, ਬਟ ਕਿਸ ਤਰ੍ਹਾਂ ਦੀ ਪ੍ਰੋਸੈਸਿੰਗ ਕਰਦੇ ਹੁਣ ਇਸ ਬਾਰੇ ਅਸੀਂ ਨਹੀਂ ਕਰ ਸਕਦੇ, ਜਿਹਦਾ ਕੰਸਲਟੈਂਸੀ ਦੇ ਸਕਦੇ ਹਾਂ। ਸੋ 2-3 ਇਨਟੇਕ ਪਹਿਲੇ ਪੀਟੀ ਦਾ ਬਹੁਤ ਮਾੜਾ ਹਾਲ ਸੀਗਾ, ਤਕਰੀਬਨ ਰਿਫਿਊਜ਼ਲ ਆ ਜਾਂਦੇ ਸੀ। ਅੱਜ ਕੇਸ ਪਾਇਆ, ਅਗਲੇ ਦਿਨ ਤੁਹਾਨੂੰ ਰਿਫਿਊਜ਼ਲ ਦੇਖਣ ਨੂੰ ਮਿਲਦੀ ਸੀ। ਸੋ ਅਸੀਂ ਵੀ ਉਸ ਚੀਜ਼ ਨੂੰ ਡਿਸਕਰੇਜ ਕਰ ਰਹੇ ਸੀਗੇ ਵੀ ਪੀਟੀ ਤੇ ਅਸੀਂ ਫਾਈਲ ਨਾ ਲਗਾਈਏ। ਫਿਰ ਅਸੀਂ ਇੱਕ ਡਿਸਾਈਡ ਕੀਤਾ ਕਿ ਜੇ ਪੀਟੀ ਦੀ ਫਾਈਲ ਲਗਾਵਾਂ ਤਾਂ 60 ਦਾ ਸਕੋਰ ਹੈਗਾ, ਉਸ ਤੋਂ ਉੱਪਰ ਹੀ ਲਾਵਾਂਗੇ। ਸੋ ਮਈ ਇਨਟੇਕ ਦੇ ਵੀ ਸਾਨੂੰ ਕਾਮਯਾਬੀ ਮਿਲੀ, ਸੈਪਟੰਬਰ 'ਚ ਕਾਮਯਾਬੀ ਮਿਲੀ, ਅੱਛੇ ਖਾਸੇ ਵੀਜ਼ੇ ਹੋ ਕੇ ਆਏ। ਭਲਾ ਉਹ ਨੰਬਰ ਉਹਨਾਂ ਨਹੀਂ ਸੀ, ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਸੀਗਾ ਕਿ ਅਸੀਂ ਐਕਸੈਪਟ ਨਹੀਂ ਕਰ ਰਹੇ ਸੀਗੇ ਪੀਟੀ ਦੇ, ਅਸੀਂ ਫਾਈਲਾਂ ਐਕਸੈਪਟ ਨਹੀਂ ਕਰ ਰਹੇ ਸੀ, ਬਟ ਜਿੰਨੀਆਂ ਐਕਸੈਪਟ ਕੀਤੀਆਂ ਸਕਸੈਸ ਰੇਟ ਬਹੁਤ ਵਧੀਆ ਨਿਕਲ ਗਿਆ। ਸੋ ਹੁਣ ਜਿਹੜੇ ਪੀਟੀ ਕਰ ਰਹੇ ਨੇ, ਮੈਨੂੰ ਲੱਗਦਾ ਆਉਣ ਵਾਲੇ ਜਿਹੜੇ ਇਨਟੇਕਸ ਹੈ ਉਹਦੇ ਵਿੱਚ ਵੀ ਟ੍ਰੈਂਡ ਇਹ ਜਾਰੀ ਰਹੂਗਾ, ਵਧੀਆ ਰਹੇਗਾ। ਪੀਟੀ ਜਿਹੜੇ ਕਰ ਰਹੇ ਉਹਨਾਂ ਨੂੰ ਡਿਸਕਰੇਜ ਹੋਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ। ਜੀ ਪੀਟੀ ਦੇ ਵੀਜ਼ਾ ਜ਼ਰੂਰ ਨਿਕਲਣਗੇ। ਜੀ ਸੋ ਤੁਹਾਡੀ ਇਸ ਦੁਕਾਨ ਦੇ ਅੰਦਰ ਉਹੀ ਲੋਕ ਹਨ ਜਿਨ੍ਹਾਂ ਕੋਲੇ ਸਬਰ ਹੈ, ਜਿਹੜੇ ਚਾਹੁੰਦੇ ਨੇ ਕਿ ਅਸੀਂ ਸਹੀ ਤਰੀਕੇ ਦੇ ਨਾਲ, ਸਹੀ ਢੰਗ ਦੇ ਨਾਲ ਬਾਹਰ ਜਾਣਾ, ਉਹੀ ਤੁਹਾਡੇ ਕੋਲੇ ਆਣ। ਬਾਕੀ ਜਿਹੜਾ ਕਹਿੰਦਾ ਕਿ ਸਾਨੂੰ ਜਾਦੂ ਦੀ ਛੜੀ ਦੇ ਨਾਲ ਜਾਂ ਕੋਈ ਪੁੱਠਾ ਸਿੱਧਾ ਕੰਮ ਕਰਕੇ ਸਾਨੂੰ ਭੇਜ ਦਿਓ, ਉਹ ਇੱਥੋਂ ਦੂਰ ਰਹਿਣ। ਬਿਲਕੁਲ। ਦੇਖੋ ਜੇ ਤੁਸੀਂ ਸੋਚਦੇ ਤੁਹਾਡੇ ਕੋਲ 4 ਪੈਸੇ ਜ਼ਿਆਦਾ ਹੈਗਾ, 50,000 ਦੇ ਕੇ, ਲੱਖ ਦੇ ਕੇ, ਜੁਗਾੜ ਵਾਲਾ ਕੰਮ ਇੱਥੇ ਨਹੀਂ ਹੋਣਾ। ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਆ, ਪੇਪਰ ਪੂਰੇ ਹੈਗੇ ਆ ਤੁਹਾਡੇ, ਚਾਹੇ ਉਹ ਟੂਰਿਸਟ ਵੀਜ਼ਾ ਹੋਏ, ਚਾਹੇ ਸਟੱਡੀ ਵੀਜ਼ਾ, ਚਾਹੇ ਕੈਨੇਡਾ ਹੋਏ, ਚਾਹੇ ਕੋਈ ਵੀ ਕੰਟਰੀ ਹੋਏ, ਫੇਕ ਡਾਕੂਮੈਂਟ ਵਾਲਾ ਕੋਈ ਕੰਮ ਨਹੀਂ ਹੋਣਾ। ਜੈਨੂਅਨ ਡਾਕੂਮੈਂਟ ਤੇ ਜੇ ਜਾ ਸਕਦੇ ਤੁਹਾਨੂੰ ਦੱਸ ਦਾਂਗੇ ਭਾਈ ਤੁਹਾਡਾ ਹੋ ਸਕਦਾ ਕੰਮ, ਜੇ ਨਹੀਂ ਹੋ ਸਕਦਾ ਉਹ ਵੀ ਤੁਹਾਡੇ ਮੂੰਹ ਤੇ ਦੱਸਾਂਗੇ, ਔਰ ਨਾਲ ਇਹ ਕਵਾਂਗੇ ਕਿਸੇ ਹੋਰ ਕੋਲ ਜਾ ਕੇ ਪੈਸੇ ਨਾ ਦੇ ਦਿਓ ਜੇ ਕਰਵਾ ਨਹੀਂ ਸਕਦਾ। ਹਾਂ ਨਹੀਂ ਕੋਈ, ਜੇ ਮੈਂ ਜਿਹਨੂੰ ਮਨਾ ਕਰਤਾ ਉਹ ਨਹੀਂ ਹੋ ਸਕਦਾ, ਪਰ ਇਹ ਨਹੀਂ ਹੈ ਕਿ ਹਰ ਪ੍ਰੋਫਾਈਲ ਮਨਾ ਹੀ ਹੈ। ਕਈ ਵਾਰ ਇਨਸਾਨ ਨੂੰ ਲੱਗਦਾ ਕਿ ਮੇਰੇ ਪ੍ਰੋਫਾਈਲ ਤਾਂ, ਮੈਂ ਤਾਂ ਯਾਰ ਪ੍ਰਾਈਵੇਟ ਨੌਕਰੀ ਕਰਦਾ, ਮੇਰੇ 20-25 ਹਜ਼ਾਰ ਦੀ ਤਨਖਾਹ ਹੈਗੀ ਹੈ, ਮੈਨੂੰ ਕੈਨੇਡਾ ਦਾ ਵੀਜ਼ਾ ਕੌਣ ਦੇ ਦੂਗਾ। ਬਟ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਪ੍ਰੋਫਾਈਲ ਦੇ ਵਿੱਚ ਤੁਹਾਡੇ, ਜਿਹਦੇ ਨਾਲ ਕਿ ਤੁਸੀਂ ਆਪਣਾ ਵੀਜ਼ਾ, ਟੂਰਿਸਟ ਵੀਜ਼ਾ ਲੈ ਸਕਦੇ ਹੋ। ਸੋ ਉਹ ਚੀਜ਼ ਵਿੱਚ ਵੀ ਬੰਦੇ ਨੂੰ ਡਿਸਕਰੇਜ ਨਹੀਂ ਹੋਣਾ ਚਾਹੀਦਾ ਕਿ ਮੇਰਾ ਹੋ ਹੀ ਨਹੀਂ ਸਕਦਾ। ਇੱਕ ਵਾਰ ਕੰਸਲਟ ਜ਼ਰੂਰ ਕਰੋ, ਫਿਰ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ, ਔਰ ਕੰਸਲਟੈਂਸੀ ਦੇ ਕੋਈ ਵੀ ਚਾਰजेस ਨਹੀਂ ਹੈਗੇ। ਸੋ ਜੇ ਫ੍ਰੀ ਦੇ ਵਿੱਚ ਤੁਹਾਨੂੰ ਕੰਸਲਟੈਂਸੀ ਮਿਲਦੀ ਹੈ ਤਾਂ 82 ਸੈਕਟਰ ਵਿੱਚ ਵੀ ਆਉਣ 'ਚ ਕੋਈ ਹਰਜ ਨਹੀਂ। ਹੋਰ ਬ੍ਰਾਂਚਿਸ ਵੀ ਹੈਗੀਆਂ ਸਾਡੀਆਂ 2-3, ਬਰਨਾਲੇ ਵਿੱਚ, ਬਠਿੰਡਾ ਵਿੱਚ। ਸੋ ਉੱਥੇ ਵੀ ਜਾ ਕੇ ਤੁਸੀਂ ਕੰਸਲਟੈਂਸੀ ਲੈ ਸਕਦੇ ਹੋ, ਉਸ ਚੀਜ਼ ਦੇ ਕੋਈ ਵੀ ਚਾਰजेस ਨਹੀਂ ਹੈਗੇ। ਜੀ ਸੋ ਜੇ ਕਿਸੇ ਨੇ ਆ ਕੇ ਤੁਹਾਡੇ ਕੋਲ ਇੱਥੇ ਕੰਸਲਟੈਂਸੀ ਲੈਣੀ ਹੈ ਤਾਂ ਉਹਦੇ ਕੋਈ ਚਾਰजेस ਨਹੀਂ ਆ ਕਿ ਇੱਥੇ ਆ ਕੇ ਤੁਹਾਡੇ ਤੋਂ ਪੁੱਛੇ ਕਿ ਭਾਈ ਮੈਨੂੰ ਇਹ ਮੇਰੀ ਫਾਈਲ ਹੈ, ਇਹ ਮੇਰੀ ਪ੍ਰੋਫਾਈਲ ਹੈ, ਮੈਂ ਜਾਵਾਂ ਜਾਂ ਨਾ ਜਾਵਾਂ? ਬਿਲਕੁਲ ਵੀ ਕੋਈ ਚਾਰजेस ਨਹੀਂ ਹੈਗੇ। ਔਰ 15 ਅਗਸਤ ਤੱਕ ਤਾਂ ਸਾਡੀ ਆਫਰ ਚੱਲ ਰਹੀ ਹੈ SDS ਕੈਟਾਗਰੀ ਦੇ ਸਟੂਡੈਂਟਸ ਲਈ। ਦਰਸ਼ਕ ਸਮਝ ਰਹੇ ਹੁਣ SDS ਕੈਟਾਗਰੀ ਕੀ ਹੈਗੀ, ਜਿਨ੍ਹਾਂ ਨੇ ਹੁਣ +2 ਕੀਤੀ ਹੋਈ ਹੈ। ਸੋ ਉਹਦੇ ਲਈ 15 ਅਗਸਤ ਤੱਕ ਅਸੀਂ ਕੋਈ ਚਾਰਜ ਨਹੀਂ ਰੱਖ ਰਹੇ। ਔਰ ਪਲੱਸ ਇੱਕ ਪ੍ਰਮੋਸ਼ਨਲ ਆਫਰ ਚੱਲ ਰਿਹਾ ਸਾਡਾ ਕਿ ਸਟੂਡੈਂਟ ਜਿਹਦਾ ਵੀ ਵੀਜ਼ਾ ਹੋਏਗਾ ਉਹਨੂੰ ਇੱਕ ਲੈਪਟਾਪ ਗਿਫਟ ਕੀਤਾ ਜਾਏਗਾ। ਹੁਣ ਮੈਂ ਇਹ ਵੀ ਦੱਸਦਾ ਕਿ ਇਹ ਕੋਈ ਸਕੀਮ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ, ਦੇਖੋ ਸਾਨੂੰ ਕਮਿਸ਼ਨ ਆਣੀ ਹੈ ਯੂਨੀਵਰਸਿਟੀ ਤੋਂ, ਕਮਿਸ਼ਨ ਆਣੀ, ਮੰਨ ਲਓ ਸਾਨੂੰ 50,000 ਰੁਪਏ ਕਮਿਸ਼ਨ ਆਣੀ ਹੈ, ਤਾਂ ਉਹਦੇ ਵਿੱਚ ਜੇ 20-25 ਹਜ਼ਾਰ ਦਾ ਅਸੀਂ ਲੈਪਟਾਪ ਦੇ ਦਾਂਗੇ, ਬੱਚੇ ਦਾ ਫਾਇਦਾ ਹੋ ਜਾਏਗਾ। ਉਸ ਚੀਜ਼ ਨੂੰ ਅਸੀਂ ਇਨਕੈਸ਼ ਕਰਾਂਗੇ, ਇਹ ਨਹੀਂ ਕਿ ਕੋਈ ਹੋਰ ਖਰਚਾ ਉਹਦੇ ਉੱਤੇ ਪਾ ਦਾਂਗੇ। ਬਾਕੀ ਸਭ ਕੁਝ ਐਜ਼ ਪਰ ਰੂਲਸ ਚੱਲੇਗਾ, ਬਟ ਵੀਜ਼ਾ ਜਦੋਂ ਲੱਗੇਗਾ ਉਹਨੂੰ ਲੈਪਟਾਪ ਦੇਵਾਂਗੇ, ਉਹਦੇ ਪੈਸਿਆਂ 'ਚ ਹੀ ਦੇਵਾਂਗੇ, ਕਿਉਂਕਿ ਉਹਦੇ ਕਰਕੇ ਸਾਨੂੰ ਕਮਿਸ਼ਨ ਮਿਲ ਰਹੀ ਹੈ। ਇਹ ਆਫਰ ਅਸੀਂ ਦਿੰਦੇ ਹਾਂ, ਇਸ ਤੋਂ ਇਲਾਵਾ ਕੋਈ ਆਫਰ ਨਹੀਂ। ਹਾਂ, ਕੰਸਲਟੈਂਸੀ ਦੇ ਕਿਤੇ ਵੀ
ਚਾਹੇ ਕੋਈ ਵੀ ਕੈਟੇਗਰੀ, ਕੋਈ ਵੀ ਚਾਰजेस ਨਹੀਂ ਹੈਗੇ, ਕਿੰਨਾ ਮਰਜ਼ੀ ਸਾਡੇ ਕੋਲ ਟਾਈਮ ਲਗਾਏ, ਜਦ ਤੱਕ ਸੈਟੀਸਫਾਈਡ ਨਹੀਂ ਹੁੰਦਾ। ਕਾਉਂਸਲਰਸ ਵੀ ਹੈਗੇ ਔਰ ਕਦੇ ਕਦੇ ਮੈਂ ਵੀ ਅਵੇਲੇਬਲ ਹਾਂ, ਮੈਂ ਨਹੀਂ ਕਹਾਂਗਾ ਹਰ ਵਾਰ ਮੈਂ ਅਵੇਲੇਬਲ ਹੁੰਦਾ, ਬਟ ਕਈ ਦਿਨ ਮੈਂ ਅਵੇਲੇਬਲ ਹੁੰਦਾ, ਫੋਨ ਕਰਕੇ ਅਪਾਇੰਟਮੈਂਟ ਲੈ ਸਕਦੇ ਹੋ, ਉਸ ਦਿਨ ਤੁਹਾਡੀ ਪੂਰੀ ਕੰਸਲਟੈਂਸੀ ਅਸੀਂ ਕਰਾਂਗੇ। ਕੰਸਲਟੈਂਸੀ ਤੁਹਾਡੇ ਤੋਂ ਲੈ ਕੇ ਵੀਜ਼ਾ ਕਿਤੋਂ ਹੋਰ ਲਵਾ ਲੈਣ ਚਾਹੀਏ, ਉਸ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਤਾਂ। ਮੇਨ ਹੈ ਦੇਖੋ, ਇੰਨਾ ਪੁਰਾਣੇ ਕੰਮ ਕਰ ਰਹੇ ਹਾਂ, ਸਾਡੇ ਕੋਲ ਹਰ ਤਰ੍ਹਾਂ ਦਾ ਕਸਟਮਰ ਆ ਚੁੱਕਿਆ, ਇਸ ਤਰ੍ਹਾਂ ਦੇ ਹੁੰਦੇ ਨੇ ਵਾਕਿਆ ਸਾਡੇ ਤੋਂ ਕੰਸਲਟੈਂਸੀ। ਪਰ ਜੇ ਕਿਸੇ ਦਾ ਭਲਾ ਹੋ ਰਿਹਾ, ਕੀ ਦਿੱਕਤ ਹੈਗੀ ਹੈ? ਜੇ ਸਾਡੇ ਤੋਂ ਸਲਾਹ ਲੈ ਕੇ ਅਗਲੇ ਨੇ ਕਿਸੇ ਹੋਰ ਕੋਲ ਲਗਾ ਰਿਹਾ, ਉਹ ਕੈਨੇਡਾ ਪਹੁੰਚ ਗਿਆ ਜਾਂ ਯੂਕੇ ਪਹੁੰਚ ਗਿਆ, ਸਾਨੂੰ ਕੀ ਪ੍ਰੋਬਲਮ ਹੈ? ਜਿਹੜਾ ਸਾਡੀ ਕਿਸਮਤ ਹੈ ਸਾਨੂੰ ਮਿਲ ਜਾਣਾ। ਅੱਛਾ, ਮੈਨੂੰ ਇਹ ਦੱਸੋ ਕਿ ਚਲੋ ਬਾਕੀ ਗੱਲਾਂ ਤਾਂ ਮੈਂ ਬੜੀਆਂ ਦੂਜਿਆਂ ਨਾਲ ਕਰਦਾ, ਜਿੱਥੇ ਮੇਰੀ ਵਾਈਬ ਮਿਲੇ ਨਾ, ਮੈਨੂੰ ਚੰਗਾ ਲੱਗਦਾ ਕਿ ਪੁੱਛੇ ਸਵਾਲ ਪੁੱਛੀ ਜਾਣ। ਸਭ ਤੋਂ ਬਿਹਤਰ ਜਿਹੜਾ ਜ਼ਿੰਦਗੀ ਦਾ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਸਕੂਨ ਕੀ ਹੈ? ਕਿ ਜਦੋਂ ਕੋਈ ਬਾਹਰੋਂ ਤੁਹਾਨੂੰ ਕੋਈ ਅਜਿਹੀ ਕੋਲ ਆਈ ਹੋਵੇ, ਤੁਹਾਨੂੰ ਯਾਦ ਹੋਵੇ, ਜਦੋਂ ਲੱਗਿਆ ਹੋਵੇ ਕਿ ਯਾਰ ਵਾਕਈ ਸਹੀ ਕੰਮ ਕਰ ਰਹੇ। ਹੁਣ ਪਤਾ ਨਹੀਂ ਕਿਸ ਤਰ੍ਹਾਂ ਤੁਸੀਂ ਉਹੀ ਦਿਲ ਦੀਆਂ ਗੱਲਾਂ ਕਰੋ ਜਿਹੜੀ ਪਰਸੋਂ ਚੌਥੇ ਬ੍ਰਦਰ ਨਾਲ ਡਿਸਕਸ ਹੋ ਰਹੀਆਂ ਸੀਗੀਆਂ। ਤਕਰੀਬਨ ਦੇਖੋ, ਇੱਥੇ ਦੇ ਕੈਨੇਡਾ ਦੇ ਟਾਈਮ 'ਚ ਬੜਾ ਫਰਕ ਹੈ। ਤਾਂ ਰਾਤ ਦੇ ਟਾਈਮ ਸਾਨੂੰ ਬਹੁਤ ਕਾਲਸ ਆਉਂਦੀਆਂ ਨੇ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਬੰਦੇ ਉੱਥੇ ਇੰਨੇ ਸੈੱਟ ਹੋ ਗਏ, ਮਤਲਬ ਕਿ ਸਾਡੇ ਤੋਂ ਵੀ, ਅਸੀਂ ਤਾਂ ਚਲੋ ਕਿਤੇ ਨਹੀਂ ਹੈਗੇ, ਬਹੁਤ ਉਚਾਈਆਂ ਤੇ ਪਹੁੰਚ ਗਏ, ਅੱਜ ਗੱਡੀਆਂ ਕਾਰਾਂ ਸਭ ਕੁਝ ਘਰ ਆਪਣੇ, ਅੱਜ ਤੱਕ ਵੀ। ਲੇਕਿਨ ਧੰਨਵਾਦੀ ਹੈ, ਬੁਲਾਉਂਦੇ ਨੇ। ਮੈਂ ਗਿਆ ਵੀ ਸੀਗਾ ਕੈਨੇਡਾ ਤੇ ਉਹਨਾਂ ਨੇ ਬੜਾ ਮਾਣ ਸਤਿਕਾਰ ਕੀਤਾ। ਇਹ ਚੀਜ਼ ਸਾਡੀ ਕਮਾਈ ਹੈ, ਇਹ ਚੀਜ਼ ਮੇਰੀ ਕਮਾਈ ਹੈ। ਔਰ ਇੱਕ ਚੀਜ਼ ਹੋਰ ਕਮਾਈ ਮੈਂ ਆਪਣੇ ਆਪ ਨੂੰ ਮੰਨਦਾ, ਜੇ ਮੇਰੇ ਤੋਂ ਕੋਈ ਰਿਫਿਊਜ਼ ਵੀ ਹੋਇਆ ਨਾ, ਯਕੀਨ ਮੰਨਿਓ, ਉਹ ਸਤਿਕਾਰ ਕਰਦਾ ਔਰ ਨਾਲ ਹੀ ਨਾਲ ਮੈਨੂੰ ਰੈਫਰੈਂਸ ਵੀ ਦਿੰਦਾ। ਉਹਨੂੰ ਪਤਾ ਕਿ ਸਰਵਿਸ ਵਧੀਆ ਦਿੱਤੀ ਸੀ ਸਰ ਨੇ, ਜਾਨ ਪੂਰੀ ਲਾਈ ਸੀਗੀ, ਪੂਰਾ ਸਭ ਕੁਝ ਓਕੇ ਸੀਗਾ, ਬਟ ਕਿਤੇ ਨਾ ਕਿਤੇ ਮੇਰੀ ਕਿਸਮਤ ਸੀ ਮਾੜੀ ਰਹਿ ਗਈ, ਤਾਂ ਹੀ ਮੇਰਾ ਵੀਜ਼ਾ ਰਿਫਿਊਜ਼ ਹੋਇਆ। ਇਹਨਾਂ ਵੱਲੋਂ ਕੋਈ ਰਿਫਿਊਜ਼ ਨਹੀਂ, ਉਹ ਵੀ ਰੈਫਰੈਂਸ ਦਿੰਦਾ। ਜਿਹੜਾ ਰਿਫਿਊਜ਼ ਹੋ ਗਿਆ ਉਹ ਵੀ ਰੈਫਰੈਂਸ ਦਿੰਦਾ। ਉਹ ਵੀ ਕਈ ਵਾਰ ਬਹੁਤ ਸਾਰੇ ਕੇਸ ਹੈ, ਉਹਨਾਂ ਦੇ ਬੱਚਿਆਂ ਨੇ ਸਾਡੇ ਕੋਲੋਂ ਵੀਜ਼ਾ ਲਗਵਾਏ ਨੇ, ਸਟੱਡੀ ਵੀਜ਼ਾ, ਰਿਫਿਊਜ਼ ਵਾਲੇ ਦੇ। ਦੇਖੋ, ਇਹ ਵੱਡੀ ਗੱਲ ਹੈਗੀ ਹੈ। ਮੈਨੂੰ ਇਸ ਚੀਜ਼ ਦੀ ਸੈਟੀਸਫੈਕਸ਼ਨ ਹੈ ਕਿ ਮੈਂ ਜਿਹੜੀ ਆਪਣੀ ਸਰਵਿਸ ਦੇ ਰਿਹਾ ਉਹ 100% ਦੇ ਰਿਹਾ ਔਰ ਲੋਕੀ ਉਹਦਾ ਸਤਿਕਾਰ ਕਰ ਰਹੇ ਨੇ। ਅੱਛਾ, ਦੋਨੇ ਚੀਜ਼ਾਂ ਦਾ ਇੱਕ ਮੈਨੂੰ ਕੋਈ ਜਿਹੜੇ ਇਨਸੀਡੈਂਟ ਸ਼ੇਅਰ ਕਰ ਦਿਓ ਕਿ ਇੱਕ ਤਾਂ ਸਭ ਤੋਂ ਚੰਗਾ ਕਿ ਬਾਹਰ ਜਾ ਕੇ ਤੁਹਾਨੂੰ ਫੋਨ ਆਇਆ ਹੋਵੇ ਤੇ ਆਹ ਸ਼ਬਦ ਤੁਹਾਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣੇ, ਤੇ ਰਿਫਿਊਜ਼ਲ ਵਾਲੇ ਵੀ ਕਰ ਦਿਓ, ਉਹ ਕਿਹੜੇ ਸੀਗੇ? ਨਾਲ ਦੀ ਨਾਲ ਜੇ ਚਾਹੋ ਤਾਂ ਮਾੜੇ ਵੀ। ਇਨਸੀਡੈਂਟਸ ਦੱਸ ਦਿੰਦਾ ਤੁਹਾਨੂੰ, ਜਿਹੜਾ ਮੇਰਾ ਹੁਣੇ ਜ਼ਿੰਦਗੀ ਦੇ ਵਿੱਚ ਹੁਣੇ 5 ਜਾਂ 7 ਦਿਨ ਪਹਿਲੇ ਹੋਇਆ। ਇੱਕ ਸਾਡਾ ਕਲਾਇੰਟ ਸੀਗਾ, ਉਹਨੂੰ ਅਸੀਂ 2013 ਜਾਂ 14 ਦੇ ਵਿੱਚ ਭੇਜਿਆ ਸੀ, ਹਸਬੈਂਡ ਔਰ ਵਾਈਫ ਨੂੰ, ਟੂਰਿਸਟ ਵੀਜ਼ਾ ਦੇ ਉੱਤੇ। ਬੱਚੇ ਨਹੀਂ ਗਏ ਸੀਗੇ ਨਾਲ, ਤੇ ਉਹਦੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਤੇਰੇ ਬੱਚਿਆਂ ਨੂੰ ਵੀ ਭੇਜਾਂਗੇ। ਉਸ ਟਾਈਮ ਦੇਖੋ, ਮੈਂ ਜਿਸ ਤਰ੍ਹਾਂ ਦੱਸਿਆ, ਐਲੀਜੀਬਿਲਟੀ ਕ੍ਰਾਈਟੇਰੀਆ ਟ੍ਰੈਂਡ ਹੁੰਦੇ ਨੇ, ਫੈਮਿਲੀ ਨੂੰ ਵੀਜ਼ਾ ਨਹੀਂ ਮਿਲ ਰਹੇ ਸੀਗੇ, ਤਾਂ ਦੋਨੋਂ ਗਏ ਸੀਗੇ। ਤਾਂ ਖੈਰ ਉਹਨਾਂ ਨੇ ਉੱਥੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਲਿਆ, ਬਟ ਬੱਚੇ ਤਾਂ ਇੱਥੇ ਹੀ ਸੀਗੇ। ਸੋ ਵਾਈਫ ਵੀ ਵਾਪਸ ਆ ਗਈ, ਬੱਚੇ ਵੀ ਵਾਪਸ ਆ ਗਏ, ਉਹਨਾਂ ਨੂੰ PR ਮਿਲ ਗਈ ਉੱਥੇ। ਉਸ ਤੋਂ ਬਾਅਦ ਹੁਣ ਬੱਚਿਆਂ ਨੇ ਤਾਂ ਜਾਣਾ ਸੀਗਾ, ਬੰਦੇ ਦਾ ਦਿਲ ਕਿੱਥੇ ਬੱਚਿਆਂ ਦੇ ਬਗੈਰ ਕਿੱਥੇ ਲੱਗਣਾ, ਵਾਈਫ ਵੀ ਸਟਕ ਹੋ ਗਈ ਇੱਥੇ। ਸੋ ਮਹੀਨੇ ਕੁ ਪਹਿਲੇ ਉਹਨਾਂ ਦਾ, ਦੋਨਾਂ ਬੱਚਿਆਂ ਦਾ ਅਸੀਂ ਕੇਸ ਲਗਾਇਆ, ਤੇ ਬੇਟੀ ਸੀਗੀ ਉਹਨਾਂ ਦੀ 13 ਕੁ ਸਾਲ ਦੀ, 13 ਜਾਂ 14 ਸਾਲ ਦੀ, ਔਰ ਬੇਟਾ ਸੀਗਾ 8 ਕੁ ਸਾਲ ਦਾ। ਸੋ ਕੇਸ ਲਗਾਇਆ ਸੀ, ਬੜੇ ਟਾਈਮ ਹੋ ਗਿਆ ਜੀ, 6 ਮਹੀਨੇ ਹੋ ਗਏ ਸੀਗੇ। ਔਰ ਬੰਦਾ ਵੀ ਬੜਾ, ਦੇਖੋ, ਇੰਨਾ ਪੇਸ਼ੈਂਸ ਵਾਲਾ ਬੰਦਾ ਸੀਗਾ, ਉਹਨੇ ਕਦੇ ਮੈਨੂੰ ਫੋਨ ਕਰਕੇ ਨਹੀਂ, ਉਹਨੂੰ ਭਰੋਸਾ ਸੀਗਾ ਵੀ ਮੇਰੇ ਬੱਚਿਆਂ ਦਾ ਵੀਜ਼ਾ ਹੋ ਜਾਣਾ। ਤੇ ਕੁਦਰਤੀ ਉਹਦੇ ਬੇਟੇ ਦਾ ਵੀਜ਼ਾ ਆ ਗਿਆ, ਬੇਟੀ ਦਾ ਵੀਜ਼ਾ ਨਹੀਂ ਆਇਆ। ਸੋ ਮਨ 'ਚ ਇੰਨਾ ਜ਼ਿਆਦਾ ਬੋਝ ਹੋ ਗਿਆ, ਕਿਉਂਕਿ ਉਸ ਬੰਦੇ ਨਾਲ ਇੰਨਾ ਪ੍ਰੇਮ ਹੀ ਇੰਨਾ ਹੋ ਗਿਆ ਵੀ ਯਾਰ ਦੇਖੋ, ਚਲੋ ਪੈਸਾ ਲੈਣਾ ਦੇਣਾ ਅਲੱਗ ਚੀਜ਼ ਆ, ਲੇਕਿਨ ਇੱਕ ਫੈਮਿਲੀ ਯੂਨਾਈਟ ਨਹੀਂ ਹੋ ਪਾ ਰਹੀ। ਔਰ ਮੈਨੂੰ ਦੇਖੋ 90% ਇਹ ਸੀਗਾ ਕਿ ਬੇਟੀ ਦਾ ਰਿਫਿਊਜ਼ ਹੋਊਗਾ। ਔਰ ਰੀਜ਼ਨ ਇਹ ਸੀਗਾ ਕਿ ਇੱਕ ਤਾਂ ਏਜ ਵੱਡੀ ਹੋ ਗਈ ਸੀਗੀ, ਉਸ ਏਜ 'ਚ ਮਿਲਣੇ ਇੰਨਾ ਪੋਸੀਬਲ ਨਹੀਂ ਹੁੰਦਾ। ਖੈਰ ਬੱਚਾ ਫਲਾਈ ਕਰਕੇ ਬਾਪ ਨਾਲ ਚਲਾ ਗਿਆ, ਮਾਂ ਵੀ ਇੱਥੇ ਸੀ। ਤਾਂ ਮਾਂ ਦਾ ਫੋਨ ਆਇਆ ਮੈਨੂੰ, ਫੋਨ ਬੇਟੀ ਨੇ ਲੈ ਲਿਆ, ਉਹ ਰੋਣ ਲੱਗ ਗਈ। ਉਸ ਤੇ ਹੋਰ ਮਨ ਤੇ ਇੰਨਾ ਜ਼ਿਆਦਾ ਬੋਝ ਆ ਗਿਆ, ਤਾਂ ਮੈਂ ਅਰਦਾਸ ਕੀਤੀ, ਮੈਂ ਕਿਹਾ ਇਸ ਬੇਟੀ ਦਾ ਵੀਜ਼ਾ ਜ਼ਰੂਰ ਹੋਣਾ ਚਾਹੀਦਾ। ਉਹ ਯਕੀਨ ਮੰਨੋਗੇ, ਤੀਸਰੇ ਜਾਂ ਚੌਥੇ ਦਿਨ ਬੇਟੀ ਦਾ ਵੀਜ਼ਾ ਹੋ ਗਿਆ, ਔਰ ਉਹ ਹੁਣ ਸਾਰੀ ਫੈਮਿਲੀ ਯੂਨਾਈਟ ਹੈਗੀ ਹੈ, ਕੈਨੇਡਾ ਦੇ ਵਿੱਚ ਹੈਗੀ ਹੈ। ਇਸ ਸਾਲ ਦੀ ਮੇਰੀ ਸਭ ਤੋਂ ਵੱਡੀ ਖੁਸ਼ੀ ਇਹ ਹੈਗੀ ਹੈ। ਤੁਹਾਡੀ ਫੀਲਿੰਗਸ ਦਾ ਤਾਂ ਪਤਾ ਨਹੀਂ, ਮੇਰੇ ਗੂਸ ਬੰਪਸ ਹੋ ਗਏ। ਨਹੀਂ, ਇਹ ਬੜੀ, ਮਤਲਬ ਕਿ ਮੈਨੂੰ ਖੁਦ ਚਮਤਕਾਰ ਹੈ। ਮੈਨੂੰ ਬਿਲਕੁਲ ਵੀ ਯਕੀਨ ਨਹੀਂ ਸੀਗਾ ਕਿ ਇਹ ਵੀਜ਼ਾ ਹੋ ਜਾਊਗਾ, ਔਰ ਵੀਜ਼ਾ ਹੋ ਕੇ ਆਇਆ। ਦੁਆਵਾਂ ਸੀਗੀਆਂ, ਸਾਡਾ ਮਿਹਨਤ ਸੀਗੀ, ਪਰ ਮੈਂ ਮੰਨਦਾ ਉਹ ਉਹਨਾਂ ਦਾ ਲੱਕ ਜ਼ਿਆਦਾ ਸੀਗਾ ਜੀ। ਅੱਛਾ, ਸੋ ਜਾਂਦੇ ਜਿਹੜੇ ਬਾਹਰ ਜਾਣ ਦੇ, ਕੈਨੇਡਾ ਜਾਣ ਦੇ, ਟੂਰਿਸਟ ਵੀਜ਼ਾ ਲਵਾ ਕੇ ਜਾਂ ਫਿਰ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਨੇ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ? ਸਟੱਡੀ ਵੀਜ਼ਾ ਵਾਲਿਆਂ ਨੂੰ ਸਭ ਤੋਂ ਪਹਿਲਾਂ ਸਲਾਹ ਦੇਵਾਂਗਾ, ਜੇ ਬਾਹਰ ਜਾਣਾ ਟਾਈਮ ਨਹੀਂ ਵੇਸਟ ਕਰਨਾ। ਆਇਲਟਸ ਹੋ ਗਈ, +2 ਦਾ ਰਿਜ਼ਲਟ ਆ ਗਿਆ, ਟਾਈਮ ਬਹੁਤ ਇੰਪੋਰਟੈਂਟ ਹੈ। ਬੱਚੇ ਨੂੰ ਇੰਨਾ ਨਹੀਂ ਪਤਾ ਹੁੰਦਾ, ਪੇਰੈਂਟਸ ਨੂੰ ਇਸ ਚੀਜ਼ ਦਾ ਧਿਆਨ, ਮੈਂ ਖੁਦ ਪੇਰੈਂਟ ਹੈਗਾ। ਬੱਚੇ ਦਾ ਟਾਈਮ ਜੇ ਵੇਸਟ ਹੋ ਗਿਆ, ਮੁੜ ਕੇ ਨਹੀਂ ਆਉਣਾ। ਦੂਸਰੀ ਚੀਜ਼ ਮੈਂ ਦੱਸਾਂਗਾ, ਯਾਨੀ ਕਿ ਜੈਨ ਇਨਟੇਕ ਲਈ ਉਹਨਾਂ ਨੂੰ ਅਪਲਾਈ ਕਰ ਦੇਣਾ ਚਾਹੀਦਾ। ਔਰ ਜੇ ਹਲੇ ਆਇਲਟਸ ਵੱਲ ਜ਼ਿਆਦਾ ਜ਼ੋਰ ਦਿਓ, ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਮਈ ਇਨਟੇਕ ਆ ਜਾਏਗਾ, ਗੈਪ ਜ਼ਿਆਦਾ ਵੱਧ ਜਾਏਗਾ, ਗੈਪ ਦੇ ਵਿੱਚ ਵੀਜ਼ਾ ਦੇ ਚਾਂਸਿਸ ਵੀ ਘਟ ਜਾਂਦੇ ਨੇ। ਦੂਸਰੀ ਚੀਜ਼ ਮੈਂ ਜੇ ਕਹਿਣਾ ਚਾਹਾਂਗਾ, ਉਹ ਇਹ ਕਹੂੰਗਾ ਕਿ ਆਪਣਾ ਬੈਕਅਪ ਜ਼ਰੂਰ ਰੱਖਣ ਬੱਚੇ। ਇੰਡੀਆ ਦੇ ਵਿੱਚ ਦੇਖੋ, ਜੇ ਤੁਹਾਡਾ ਕੈਨੇਡਾ ਦੇ ਵਿੱਚ ਨਹੀਂ ਹੁੰਦਾ, ਤਾਂ ਬਹੁਤ ਸਾਰੇ ਬੱਚੇ ਮੈਂ ਐਸੇ ਦੇਖੇ, ਮੈਨੂੰ ਬੜਾ ਦੁੱਖ ਹੁੰਦਾ ਇਸ ਚੀਜ਼ ਨਾਲ ਵੀ, ਜੋ ਅਸੀਂ ਖਾਸ ਕਰ ਪਿੰਡਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਬ੍ਰਾਂਚਿਸ ਵੀ ਹੈਗੀਆਂ ਨੇ, ਉੱਥੇ ਦੇਖਦੇ ਹਾਂ +2 ਦਾ ਬੱਚੇ ਪੜ੍ਹਾਈ ਛੱਡ ਦਿੰਦੇ ਨੇ ਕਿ ਮੇਰਾ ਕੈਨੇਡਾ ਤੇ ਨਹੀਂ ਹੋਇਆ, ਹੁਣ ਮੈਂ ਪੜ੍ਹਨਾ ਹੀ ਨਹੀਂ ਹੈ।
ਤਾਂ ਮੇਰਾ ਇਹ ਕਹਿਣਾ ਤੁਸੀਂ ਆਪਣਾ ਇੰਡੀਆ ਦੇ ਵਿੱਚ ਵੀ ਬੈਕਅਪ ਰੱਖੋ, ਐਟਲੀਸਟ ਗ੍ਰੈਜੂਏਸ਼ਨ ਤਾਂ ਕਰੋ। ਦੇਸ਼ ਕਿੱਦਾਂ ਅੱਗੇ ਵਧੇਗਾ ਜੇ ਤੁਸੀਂ +2 ਤੱਕ ਹੀ ਪੜ੍ਹਾਈ ਕੀਤੀ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਨੌਕਰੀ ਨਹੀਂ ਮਿਲੀ। ਸੋ ਜੇ ਕੈਨੇਡਾ ਨਹੀਂ ਵੀ ਹੋ ਪਾ ਰਿਹਾ, ਇੱਥੇ ਦਾ ਬੈਕਅਪ ਜ਼ਰੂਰ ਰੱਖੋ। ਔਰ ਜੇ ਅੱਛੇ ਬੈਂਡ ਹੈਗੇ ਤੁਹਾਡੇ +2 ਵਿੱਚ ਅੱਛੇ ਮਾਰਕਸ ਹੈਗੇ ਤਾਂ ਡੈਫੀਨੇਟਲੀ ਤੁਹਾਨੂੰ ਕੈਨੇਡਾ ਦਾ ਵੀਜ਼ਾ, ਅੱਜ ਕੈਨੇਡਾ ਦੀ ਸਰਕਾਰ ਮਿਹਰਬਾਨ ਹੈਗੀ, ਖਾਸ ਕਰ ਪੰਜਾਬੀਆਂ ਤੇ ਵੀਜ਼ਾ ਜ਼ਰੂਰ ਮਿਲੇਗਾ। ਵੀਜ਼ੇ ਲਵਾਤੇ ਸ਼ੇਸ਼ਵ ਜੀ, ਤੁਸੀਂ ਇੰਟਰਵਿਊ ਦੇਖੇ ਵੀ ਹੋਣੇ, ਕਿਤੇ ਵੀ ਹੋਣੇ, ਇੰਨੇ ਵੀਜ਼ੇ ਇਮਾਨ ਨਾਲ ਦੱਸਿਓ ਇਕੱਠੇ ਦੇਖੇ ਨੇ ਕਦੇ? ਕਿਉਂਕਿ ਇਹ ਦੇਖੋ ਅੱਜ ਮੇਰੇ ਕੋਲ ਪਏ ਆ, ਕੱਲ ਚੱਲ ਜਾਣੇ ਆ, ਫਿਰ ਨਵੇਂ ਆ ਜਾਣੇ, ਹਲੇ ਡਾਕੀ ਦੀ ਵੇਟ ਹੈ। 3-4 ਵੀਜ਼ੇ ਆਣੇ, ਜੇ ਤੁਸੀਂ ਉਸ ਟਾਈਮ ਤੱਕ ਹੋਏ ਸ਼ਾਇਦ ਉਹ ਵੀ ਤੁਹਾਡੇ ਸਾਹਮਣੇ ਖੁੱਲ ਕੇ ਦਿਖਾ ਦਾਂਗੇ। ਸੋ ਸਕਸੈਸ ਮੂੰਹ ਤੋਂ ਇਹ ਸਬੂਤ ਹੈ। ਹਾਂ, ਹਰ ਹਫਤੇ ਰੇਨੋ ਵੀਜ਼ਾ ਦੀ ਸੀਰੀਜ਼ ਚੱਲਦੀ ਸਾਡੀ। ਇੰਨਾ ਕੌਨਫੀਡੈਂਸ ਹੈ ਮੈਨੂੰ ਆਪਣੇ ਆਪ ਤੇ ਵੀ 20-25 ਵੀਜ਼ੇ ਮੇਰੇ ਹਰ ਹਫਤੇ ਆਣ। ਡੈਮੋ ਡੰਮੀਆਂ ਹੀ ਤਾਂ ਨਹੀਂ ਰੱਖੀਆਂ ਹੋਈਆਂ? ਦੇਖੋ ਤੁਸੀਂ ਚੈੱਕ ਕਰੋ। ਠੀਕ ਹੈ ਜੀ, ਤੁਸੀਂ ਚੈੱਕ ਕਰੋ। ਚੱਲ ਵਧੀਆ। ਹਾਂਜੀ, ਕਿੰਨੇ ਇਹਦੇ ਚ, ਜੇ ਮੈਂ ਗੱਲ ਕਰਾਂ ਕਿ ਸਾਰਿਆਂ ਦੀ ਲੱਗੇ ਕਿ ਕੋਈ? ਨਹੀਂ, ਇਹ ਵੀਜ਼ਾ ਲੱਗੇ ਹੋਏ ਨੇ ਜੀ, ਨਹੀਂ, ਇਹਦੇ ਕੁਝ ਸਟੱਡੀ ਵੀਜ਼ਾ ਵੀ ਹੈਗੇ, ਕੁਝ ਵਿਜ਼ਟਰ ਵੀਜ਼ਾ। ਕਿੰਨੇ ਸੀਗੇ? 2-3 ਰਿਜੈਕਟ ਹੋ ਗਏ ਹੋਣਗੇ। ਹਾਂ, 2-3 ਰਿਫਿਊਜ਼ ਵੀ ਹੋਏ ਆ। ਆਪ ਚਾਹੇ ਟੂਰਿਸਟ ਹੋਏ ਚਾਹੇ ਰਿਫਿਊਜ਼ਲ, ਮੈਂ ਤੁਹਾਨੂੰ ਦੱਸਿਆ ਆਂਦੀ ਹੈ। ਬਟ ਜਿਹੜੇ ਲੱਗੇ, ਅਸੀਂ ਉਹਨਾਂ ਦੀ ਗੱਲ ਕਰੀਏ, ਉਹਨਾਂ ਨੇ ਪਾਰ ਹੋ ਜਾਣਾ, ਕੈਨੇਡਾ ਚੱਲ ਜਾਣਾ। ਚਲੋ ਠੀਕ ਹੈ ਜੀ। ਇਹ ਸਾਰੇ ਉਹ ਲੱਕੀ ਇਨਸਾਨ ਹੈਗੇ। ਦੇਖੋ ਲੱਕੀ ਤਾਂ ਉਹ ਵੀ ਹੈ ਜਿਹੜਾ ਇੰਡੀਆ 'ਚ ਬੈਠਾ ਹੈ, ਮੈਂ ਨਹੀਂ ਕਹੂੰਗਾ, ਬਟ ਇਹਨਾਂ ਦੇ ਸੁਪਨਾ ਸੀਗਾ, ਸੁਪਨੇ ਪੂਰੇ ਹੋਣ, ਸੁਪਨਾ ਪੂਰਾ ਹੋ ਗਿਆ ਬਸ। ਇੱਕ ਵਾਰ ਇੱਥੇ ਆ ਕੇ ਕੰਸਲਟੈਂਸੀ ਜ਼ਰੂਰ ਲਓ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ, ਚੰਗੀਆਂ ਗੱਲਾਂ ਕਰ ਰਹੇ ਨੇ। ਬਾਕੀ ਇਹਨਾਂ ਦੇ ਕੀ ਤਜਰਬੇ ਰਹੇ ਨੇ, ਜਿਹੜੇ ਇਹਨਾਂ ਦੇ ਕਲਾਇੰਟਸ ਨੇ, ਉਹਨਾਂ ਦੇ ਨਾਲ ਵੀ ਜ਼ਰੂਰ ਪੁੱਛਾਂਗੇ। ਪਰ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਤੁਸੀਂ ਬੈਕਅਪ ਜ਼ਰੂਰ ਰੱਖੋ, ਅਸੀਂ ਵੀ ਇਹ ਤੁਹਾਨੂੰ ਸਲਾਹ ਦੇਵਾਂਗੇ ਕਿ ਤੁਸੀਂ ਜੇ ਬਾਹਰ ਜਾਣ ਦੇ ਇੱਛੁਕ ਹੋ ਤਾਂ ਇਹ ਨਹੀਂ ਹੈਗਾ ਕਿ ਹਰ ਕੋਈ ਜਿਹੜੇ ਸੁਪਨੇ ਸਾਡੇ ਹੁੰਦੇ ਨੇ ਉਹ ਸੱਚੀ ਪੂਰੇ ਹੋਣ। ਤਾਂ ਇੱਕ ਬੈਕਅਪ ਜ਼ਰੂਰ ਇਨਸਾਨ ਕੋਲੇ ਹੋਣਾ ਚਾਹੀਦਾ ਕਿ ਹਾਂ, ਜੇ ਅਸੀਂ ਭਾਰਤ ਦੇ ਵਿੱਚ ਰਹਿੰਦੇ ਹਾਂ ਤਾਂ ਅਸੀਂ ਕੀ ਕਰਨਾ ਅੱਗੇ। ਸੋ ਬੜੀ ਚੰਗੀ, ਇਹ ਮੈਨੂੰ ਲੱਗਦਾ ਕਿ ਇਹ ਕਰੈਕਸ ਹੈ ਇਸ ਇੰਟਰਵਿਊ ਦਾ। ਬੜੀ ਚੰਗੀ ਗੱਲ ਕੀ ਹੈ, ਤੇ ਜ਼ਰੂਰ ਦੇਖ ਪਰਖ ਕੇ, ਜਿੱਥੇ ਵੀ ਜਾਵੋ ਦੇਖ ਪਰਖ ਕੇ ਜਾਵੋ। ਇੱਥੇ ਵੀ ਆ ਕੇ ਦੇਖੋ, ਜੇ ਤੁਹਾਨੂੰ ਲੱਗਦਾ ਹੈ ਤਾਂ ਇੱਥੇ ਆਪਣਾ ਜਿਹੜਾ ਅੱਗੇ ਤੁਸੀਂ ਫਾਰਵਰਡ ਕਰ ਸਕਦੇ ਹੋ। ਮੈਨੂੰ ਲੱਗਦਾ ਕਿ ਤੁਹਾਡੇ ਲਈ ਇਹ ਜਿਹੜੀ ਗੱਲਾਂ ਚੰਗੀਆਂ ਰਹੀਆਂ ਹੋਣਗੀਆਂ। ਤੁਸੀਂ ਆਪਣੇ ਕੀਮਤੀ ਸੁਝਾਅ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਦੇ ਸਕਦੇ ਹੋ। ਤੇ ਇਹੀ ਨੰਬਰ ਹੈ ਨਾ? ਹਾਂਜੀ, ਇਹ ਨੰਬਰ ਵੀ ਚੱਲਦਾ। ਬਾਕੀ ਨੰਬਰ ਫਲੈਸ਼ ਅਗਰ ਤੁਸੀਂ ਕਰ ਸਕੋ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ। ਉਹ ਮੇਰਾ ਡਾਇਰੈਕਟ ਨੰਬਰ ਹੈ, ਮੇਰੇ ਨਾਲ ਡਾਇਰੈਕਟ ਵੀ ਗੱਲ ਕਰ ਸਕਦੇ ਨੇ। ਜੇ ਮੇਰਾ ਬਿਜ਼ੀ ਹੋਇਆ ਤਾਂ ਕੋਈ ਨਾ ਕੋਈ ਤੁਹਾਨੂੰ ਰਿਸਪੌਂਸ ਜ਼ਰੂਰ ਦੇਗਾ। ਚਲੋ, ਜਿਹੜੇ ਇੱਥੇ ਨਹੀਂ ਆ ਸਕਦੇ, ਉਹ ਕੋਈ ਜਿਹੜੀ ਸਲਾਹ ਲੈਣੀ ਹੈ ਜਾਂ ਕੋਈ ਗੱਲ ਕਰਨੀ ਹੈ, ਉਹ ਫੋਨ ਨੰਬਰ ਤੇ ਵੀ ਤੁਹਾਡੇ ਨਾਲ ਜਿਹੜਾ 24/7 ਅਵੇਲੇਬਲ ਨੇ। ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਸ਼ਸ਼ਮ ਨਾਗਰਾ, ਚੰਡੀਗੜ੍ਹ।